ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 403। ਅੰਤਿਮ ਭਾਗ। ਜੂਨ 1984 ਵਿੱਚ ਦਰਬਾਰ ਸਾਹਿਬ ਉੱਪਰ ਹਮਲਾ ਅਤੇ 31 ਅਕਤੂਬਰ 1984 ਨੂੰ ਸ਼੍ਰੀਮਤੀ ਗਾਂਧੀ ਦੇ ਉਹਦੇ ਸਿੱਖ ਅੰਗ ਰੱਖਿਅਕਾਂ ਵੱਲੋਂ ਕਤਲ ਪਿੱਛੋਂ 5000 ਤੋਂ ਵਧੇਕ ਸਿੱਖਾਂ ਦਾ ਕਤਲਾਮ ਉੱਤਰੀ ਭਾਰਤ ਦੇ ਲੋਕਾਂ ਦੇ ਮਨਾਂ ਵਿੱਚ ਡੂੰਘੀ ਤਰ੍ਹਾਂ ਖੁਣਿਆ ਜਾ ਚੁੱਕਾ ਸੀ। ਪਰੰਤੂ ਇਹਨਾਂ ਘਟਨਾਵਾਂ ਨੂੰ ਸਿੱਖ ਤੇ ਪੰਜਾਬੀ ਹਿੰਦੂ ਕਿਵੇਂ ਵੇਖਦੇ ਹਨ, ਇਸ ਵਿੱਚ ਦੋਹਾਂ ਵਿੱਚ ਬੜਾ ਅੰਤਰ ਤੇ ਪਾੜਾ ਹੈ। ਜੋ ਲੋਕ ਇਹਨਾਂ ਘਟਨਾਵਾਂ ਨੂੰ ਉਚਿਤ ਮੰਨਦੇ ਹਨ, ਉਹ ਭਿੰਡਰਾਂਵਾਲੇ ਵੱਲੋਂ ਦਰਬਾਰ ਸਾਹਿਬ ਦੀ ਸੀਮਾ ਅੰਦਰੋਂ ਹਿੰਦੂਆਂ ਪ੍ਰਤੀ ਘਿਰਣਾ ਫੈਲਾਉਣ ਵਾਲੇ ਭਾਸ਼ਣਾਂ ਦਾ, ਉਹਦੇ ਪੈਰੋਕਾਰਾਂ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਫੈਲਾਏ ਆਤੰਕ ਦਾ, ਸੁਤੰਤਰ ਸਿੱਖ ਰਾਜ ਸਥਾਪਿਤ ਕਰਨ ਦੀਆਂ ਗੁਪਤ ਧਮਕੀਆਂ ਤੇ ਅਕਾਲ ਤਖ਼ਤ ਉੱਪਰ ਖਾਲਿਸਤਾਨ ਦਾ ਝੰਡਾ ਲਹਿਰਾਉਣ ਦਾ ਵਾਰ-ਵਾਰ ਜ਼ਿਕਰ ਕਰਦੇ ਹਨ। ਜਿਹੜੇ ਉਹਨਾਂ ਘਟਨਾਵਾਂ ਦੀ ਨਿਖੇਧੀ ਕਰਦੇ ਹਨ, ਉਹ ਸਿੱਖਾਂ ਦੇ ਸਭ ਤੋਂ ਪਵਿੱਤਰ ਗੁਰਦੁਆਰਿਆਂ ਦਾ ਆਪ ਮੁਹਾਰੇ ਅਪਮਾਨ ਤੇ ਬੇਹੁਰਮਤੀ ਕਰਨ, ਆਪਣੇ ਕੁਕਰਮਾਂ ਨੂੰ ਛੁਪਾਉਣ ਲਈ ਗਲਤ ਸਰਕਾਰੀ ਪੱਤਰ ਜਾਰੀ ਕਰਨ ਤੇ ਹਰ ਸਰਕਾਰ ਵੱਲੋਂ ਸਿੱਖਾਂ ਵਿਰੁੱਧ ਜ਼ੁਲਮ ਕਰਨ ਵਾਲਿਆਂ ਤੇ ਉਹਨਾਂ ਦਾ ਕਤਲ ਕਰਨ ਵਾਲੇ ਅਪਰਾਧੀਆਂ ਨੂੰ ਬਚਾਉਣ ਤੇ ਵਾਰ-ਵਾਰ ਕਮਿਸ਼ਨ ਸਥਾਪਿਤ ਕਰਨ ਦੇ ਪੈਂਤੜੇ ਛਲ ਕਪਟ ਵਰਤ ਕੇ ਸਜ਼ਾ ਦੇਣ ਤੋਂ ਟਾਲਾ ਕਰਨ ਦੀ ਵਾਰ-ਵਾਰ ਗੱਲ ਕਰਦੇ ਹਨ, ਜਿਸ ਕਾਰਨ ਇੱਕ ਵੀ ਗੁਨਾਹਗਾਰ ਫੜਿਆ ਨਹੀਂ ਜਾ ਸਕਿਆ। ਇਸ ਦਾ ਸਿੱਟਾ ਇਹ ਹੋਇਆ ਕਿ ਅਪਰਾਧੀ ਘਟਨਾਵਾਂ ਤੇ ਜੁਰਮ ਜਿਹੜੇ ਭਿੰਡਰਾਂਵਾਲੇ ਦੇ ਰਾਜਸੀ ਤੇ ਧਾਰਮਿਕ ਉਭਾਰ ਸਮੇਂ ਵੀ ਕਾਫੀ ਜ਼ਿਆਦਾ ਸਨ, ਉਹਨਾਂ ਦੀ ਗਿਣਤੀ ਉਸ ਦੇ ਮਗਰੋਂ ਹੋਰ ਵੀ ਜ਼ਿਆਦਾ ਹੋ ਗਈ। ਮਾਸਟਰ ਤਾਰਾ ਸਿੰਘ ਦੀ ਲੜਕੀ ਰਜਿੰਦਰ ਕੌਰ ਨੂੰ ਪੰਜਾਬ ਦੇ ਇੱਕ ਪਿੰਡ ਵਿੱਚ ਕਤਲ ਕਰ ਦਿੱਤਾ ਗਿਆ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਦਿੱਲੀ ਵਿੱਚ ਹੀ ਗੋਲੀਆਂ ਨਾਲ ਉਡਾ ਦਿੱਤਾ ਗਿਆ। ਹੋਰ ਤਾਂ ਹੋਰ, ਜਦੋਂ ਸੰਤ ਲੌਂਗੋਵਾਲ ਰਾਜੀਵ ਗਾਂਧੀ ਨਾਲ ਸਮਝੌਤੇ ਲਈ ਸ਼ਾਂਤੀ ਵਾਰਤਾ ਚਲਾ ਰਿਹਾ ਸੀ, ਏਅਰ ਇੰਡੀਆ ਦਾ ਜਹਾਜ਼ ਕਨਿਸ਼ਕ ਜੋ ਕਨੇਡਾ ਦੇ ਸ਼ਹਿਰ ਵੈਨਕੂਵਰ ਤੋਂ ਲੰਡਨ ਜਾ ਰਿਹਾ ਸੀ, ਆਇਰਲੈਂਡ ਦੇ ਤੱਟ ਉੱਪਰ ਉੱਡ ਰਹੇ ਨੂੰ ਹੀ 23 ਜੂਨ 1985 ਨੂੰ ਆਕਾਸ਼ ਵਿੱਚ ਹੀ ਬੰਬ ਨਾਲ ਉਡਾ ਦਿੱਤਾ ਗਿਆ, ਜਿਸ ਵਿੱਚ ਇਸ ਦੇ ਸਵਾਰ ਸਾਰੇ 329 ਮੁਸਾਫਰ ਤੇ ਜਹਾਜ਼ੀ ਅਮਲਾ ਮਾਰੇ ਗਏ। ਟੋਕੀਓ ਦੇ ਨਾਰੀਤਾ ਹਵਾਈ ਅੱਡੇ ਤੇ ਭਾਰਤ ਨੂੰ ਜਾਣ ਵਾਲੇ ਜਹਾਜ਼ ਉੱਪਰ ਸਮਾਨ ਲੱਦ ਰਹੇ 2 ਜਹਾਜ਼ੀ ਕੁਲੀ ਵੀ ਮਾਰੇ ਗਏ। ਦੋਹਾਂ ਥਾਵਾਂ ਤੇ ਅਪਰਾਧੀ ਕਨੇਡਾ ਵਿੱਚ ਵਸੇ ਹੋਏ ਸਿੱਖ ਪ੍ਰਵਾਸੀ ਸਨ। ਅਗਲੇ ਮਹੀਨੇ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਦਾ ਜਵਾਈ ਤੇ ਲੋਕ ਸਭਾ ਦਾ ਮੈਂਬਰ ਲਲਿਤ ਮਾਕਿਨ ਦਿਨ ਦਿਹਾੜੇ ਦਿੱਲੀ ਵਿੱਚ ਮਾਰ ਦਿੱਤਾ ਗਿਆ। 20 ਅਗਸਤ 1985 ਨੂੰ ਸੰਤ ਲੌਂਗੋਵਾਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ਵਿੱਚ ਗੁਰਦੁਆਰੇ ਵਿੱਚ ਅਰਦਾਸ ਕਰਨ ਸਮੇਂ ਹੀ ਮਾਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਸਾਰੇ ਜ਼ਿਲ੍ਹਿਆਂ ਵਿੱਚ ਫੈਲ ਗਈ ਤੇ ਖਾਲਿਸਤਾਨੀਆਂ ਨੇ ਦੁਬਾਰਾ ਅਕਾਲ ਤਖ਼ਤ ਤੇ ਕਬਜ਼ਾ ਕਰ ਲਿਆ। ਸੁਰਜੀਤ ਸਿੰਘ ਬਰਨਾਲਾ, ਜੋ ਰਾਜੀਵ ਲੌਂਗੋਵਾਲ ਸਮਝੌਤੇ ਪਿੱਛੋਂ ਸੂਬੇ ਦਾ ਮੁੱਖ ਮੰਤਰੀ ਚੁਣਿਆ ਗਿਆ ਸੀ, ਉਸ ਦੀ ਰਾਜ ਪ੍ਰਬੰਧ ਉੱਪਰ ਪਕੜ ਢਿੱਲੀ ਹੋ ਗਈ। 1986 ਦਾ ਸਾਲ ਪੰਜਾਬ ਤੇ ਹਰਿਆਣਾ ਵਿੱਚ ਦੂਰ-ਦੂਰ ਤੱਕ ਰੋਸ ਮੁਜ਼ਾਹਰਿਆਂ ਨਾਲ ਸ਼ੁਰੂ ਹੋਇਆ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਲਈ ਅੰਦੋਲਨ ਦੀ ਅਗਵਾਈ ਕੀਤੀ। ਅਕਾਲੀ ਧੜਿਆਂ ਨੇ ਜਰਨੈਲੀ ਸੜਕਾਂ ਤੇ ਰਸਤਾ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ। ਹਰਿਆਣਾ ਵਿੱਚ ਵੈਸੇ ਹੀ ਰਸਤਾ ਰੋਕੋ ਅੰਦੋਲਨ ਵਿਰੋਧੀ ਪਾਰਟੀਆਂ ਨੇ ਸਰਕਾਰ ਦੀ ਅਸ਼ੀਰਵਾਦ ਨਾਲ ਸ਼ੁਰੂ ਕਰ ਦਿੱਤਾ। ਕੇਂਦਰੀ ਸਰਕਾਰ ਇਸ ਹਾਲਤ ਵਿੱਚ ਵੱਧ ਤੋਂ ਵੱਧ ਇਹ ਕਰ ਸਕੀ ਕਿ ਉਸਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਬਦਲੇ ਹਰਿਆਣਾ ਨੂੰ ਦਿੱਤੇ ਜਾਣ ਵਾਲੇ ਪਿੰਡਾਂ ਦੀ ਪਛਾਣ ਕਰਨ ਲਈ ਇੱਕ ਮੈਂਬਰੀ ਮੈਥਿਊ ਕਮਿਸ਼ਨ ਸਥਾਪਿਤ ਕਰ ਦਿੱਤਾ। ਸਭ ਤੋਂ ਅਧਿਕ ਵਿਵਾਦਗ੍ਰਸਤ ਨਗਰ ਅਬੋਹਰ ਤੇ ਫਾਜ਼ਿਲਕਾ ਸਨ ਤੇ ਉਹਨਾਂ ਨੂੰ ਹਰਿਆਣੇ ਨਾਲ ਜੋੜਨ ਲਈ ਰਾਹ ਵਿੱਚ ਕੰਦੂਖੇੜਾ ਪੰਜਾਬੀ ਬੋਲਦਾ ਪਿੰਡ ਸੀ। ਜਦੋਂ ਉਸ ਪਿੰਡ ਦੇ ਲੋਕਾਂ ਦੀਆਂ ਵੋਟਾਂ ਪੁਆਈਆਂ ਗਈਆਂ ਤਾਂ ਉਹਨਾਂ ਨੇ ਪੰਜਾਬ ਵਿੱਚ ਰਹਿਣ ਦੀ ਚੋਣ ਕੀਤੀ। ਇਸ ਨਾਲ ਫਾਜ਼ਿਲਕਾ ਤੇ ਅਬੋਹਰ ਵੀ ਹਰਿਆਣੇ ਨੂੰ ਦੇਣ ਦਾ ਕੰਮ ਠੱਪ ਹੋ ਗਿਆ।
इस दौरान खालिस्तानियों ने अपनियां सरगर्मियां तेज कर दित्तियां। उन्हां ने 2 अक्तूबर 1986 ਨੂੰ ਦਿੱਲੀ ਦੇ ਰਾਜਘਾਟ ਤੇ ਪ੍ਰਧਾਨ ਮੰਤਰੀ ਗਾਂਧੀ ਤੇ ਅਸਫਲ ਜਾਨਲੇਵਾ ਹਮਲਾ ਕਰ ਦਿੱਤਾ। ਅਗਲੇ ਦਿਨ ਜਲੰਧਰ ਵਿੱਚ ਡਾਇਰੈਕਟਰ ਜਨਰਲ ਪੁਲਿਸ ਜੂਲੀਓ ਰਿਬੇਰੋ ਤੇ ਉਹਦੀ ਪਤਨੀ ਨੂੰ ਗੋਲੀ ਚਲਾ ਕੇ ਜ਼ਖਮੀ ਕਰ ਦਿੱਤਾ ਗਿਆ। ਉਸ ਨੂੰ ਮਾਰਨ ਦੀ ਦੂਸਰੀ ਕੋਸ਼ਿਸ਼ 20 ਅਗਸਤ 1991 ਨੂੰ ਕੀਤੀ ਗਈ ਜਦੋਂ ਉਹ ਰੋਮਾਨੀਆ ਵਿੱਚ ਰਾਜਦੂਤ ਨਿਯੁਕਤ ਸੀ। ਰੋਬੇਰੋ ਦੇ ਹਮਲਾਵਰਾਂ ਦੀ ਰਿਹਾਈ ਕਰਾਉਣ ਲਈ ਤੇ ਸੌਦੇਬਾਜ਼ੀ ਲਈ ਦਿੱਲੀ ਵਿੱਚ ਰੋਮਾਨੀਆ ਦੇ ਦੂਤਘਰ ਦਾ ਇੱਕ ਅਧਿਕਾਰੀ ਅਗਵਾ ਕਰ ਲਿਆ ਗਿਆ ਤੇ ਉਸ ਨੂੰ 23 ਦਿਨਾਂ ਮਗਰੋਂ ਰਿਹਾ ਕੀਤਾ ਗਿਆ। ਜਿਹੜੇ ਲੋਕ ਕਾਤਲਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਉਹਨਾਂ ਵਿੱਚ ਉੱਘਾ ਅਕਾਲੀ ਨੇਤਾ ਜੀਵਨ ਸਿੰਘ ਉਮਰਾ ਨੰਗਲ ਤੇ 2 ਪੁਲਿਸ ਅਧਿਕਾਰੀਆਂ PS ਕਾਲੋਂ ਤੇ DS ਮਾਂਗਟ ਦੇ ਬੇਟੇ ਸਨ। ਅਰਵਿੰਦਰ ਸਿੰਘ ਬਰਾੜ ਤੇ KRS ਗਿੱਲ 2 ਹੋਰ ਪੁਲਿਸ ਅਧਿਕਾਰੀ ਪਟਿਆਲਾ ਦੀ ਰਾਸ਼ਟਰੀ ਖੇਡ ਸੰਸਥਾ ਵਿੱਚ ਉਸ ਸਮੇਂ ਗੋਲੀਆਂ ਨਾਲ ਉਡਾ ਦਿੱਤੇ ਗਏ ਜਦੋਂ ਉਹ ਸਵੇਰ ਵੇਲੇ ਦੌੜਾਕੀ ਲਾ ਰਹੇ ਸਨ। ਨੀਲਾ ਤਾਰਾ ਸਾਕਾ ਸਮੇਂ ਭਾਰਤੀ ਸੈਨਾ ਦੇ ਮੁਖੀ AS ਵੈਦਿਆ ਨੂੰ 2 ਸਿੱਖ ਹਮਲਾਵਰਾਂ ਨੇ ਪੂਨੇ ਵਿੱਚ ਗੋਲੀਆਂ ਮਾਰ ਕੇ ਉਡਾ ਦਿੱਤਾ। ਇਨ੍ਹਾਂ ਭਿਆਨਕ ਉਪਦਰਾਂ ਤੇ ਅਤਿਆਚਾਰਾਂ ਦੀ ਨਿੰਦਿਆ ਕਰਨ ਦੀ ਥਾਂ ਅਕਾਲੀ ਨੇਤਾਵਾਂ ਨੇ ਪੁਲਿਸ ਤੇ ਇਲਜ਼ਾਮ ਲਗਾਏ ਕਿ ਵੱਡੀ ਗਿਣਤੀ ਵਿੱਚ ਸਿੱਖ ਯੁਵਕਾਂ ਨੂੰ ਸ਼ੱਕ ਦੇ ਬਿਨਾਂ ਤੇ ਜਾਂ ਤਾਂ ਖਤਮ ਕਰ ਰਹੀ ਸੀ ਜਾਂ ਉਹਨਾਂ ਨੂੰ ਨਜ਼ਰਬੰਦ ਕਰ ਰਹੀ ਸੀ। ਇਹ ਦੋਸ਼ ਪੰਜਾਬ ਤੇ ਵਿਦੇਸ਼ਾਂ ਦੀਆਂ ਬਹੁਤ ਮਨੁੱਖੀ ਹੱਕਾਂ ਦੀਆਂ ਸੰਸਥਾਵਾਂ ਨੇ ਸਹੀ ਨਾ ਪਾਏ। ਬਰਨਾਲਾ ਸਰਕਾਰ ਨੇ ਇਹਨਾਂ ਦੋਸ਼ਾਂ ਤੇ ਜਵਾਬੀ ਦਾਅਵਿਆਂ ਨੂੰ ਅਣਗੌਲਿਆ ਕਰ ਦਿੱਤਾ। ਬਰਨਾਲਾ ਦੇ ਸਖਤ ਆਲੋਚਕ ਅਕਾਲੀ ਪਾਰਟੀ ਵਿਚਲੇ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ ਤੇ ਪਟਿਆਲੇ ਦੇ ਅਮਰਿੰਦਰ ਸਿੰਘ ਜਿਹੇ ਉਹਦੇ ਵਿਰੋਧੀ ਸਨ ਜੋ ਮੁੱਖ ਮੰਤਰੀ ਦੀ ਗੱਦੀ ਦੇ ਚਾਹਵਾਨ ਸਨ। ਵਿਧਾਨ ਸਭਾ ਵਿੱਚ ਉਹਦੇ ਉਹ ਸਮਰਥਕ ਵੀ ਅਸੰਤੁਸ਼ਟ ਹੋ ਗਏ ਜਿਨ੍ਹਾਂ ਨੂੰ ਮੰਤਰੀ ਪਦ ਨਾ ਮਿਲਿਆ। 1987 ਵਿੱਚ ਰਾਸ਼ਟਰਪਤੀ ਜੈਲ ਸਿੰਘ ਤੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਵੀ ਬੋਲਚਾਲ ਨਹੀਂ ਸੀ। ਬਰਨਾਲਾ ਹੋਰ ਵੀ ਅਲੱਗ-ਥਲੱਗ ਹੋ ਗਿਆ ਕਿਉਂਕਿ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਦਰਸ਼ਨ ਸਿੰਘ ਰਾਗੀ ਨੇ ਉਸ ਨੂੰ ਦਰਬਾਰ ਸਾਹਿਬ ਵਿੱਚ ਪੁਲਿਸ ਭੇਜਣ ਕਰਕੇ ਤਨਖਾਹੀਆ ਕਰਾਰ ਦੇ ਦਿੱਤਾ ਸੀ। ਹਰਿਆਣਾ ਵਿੱਚ ਚੋਣਾਂ ਹੋਣ ਵਾਲੀਆਂ ਸਨ। ਮੁੱਖ ਮੰਤਰੀ ਭਜਨ ਲਾਲ ਤੇ ਪ੍ਰਧਾਨ ਮੰਤਰੀ ਨੇ ਇਹ ਪ੍ਰਭਾਵ ਪਾ ਕੇ ਪ੍ਰੇਰ ਲਿਆ ਕਿ ਜੇ ਪੰਜਾਬ ਨੂੰ ਹੋਰ ਰਿਆਇਤ ਦਿੱਤੀ ਗਈ ਤਾਂ ਉਹ ਹਰਿਆਣੇ 'ਚੋਂ ਹਿੰਦੂ ਵੋਟਾਂ ਤੋਂ ਵਾਂਝੇ ਹੋ ਜਾਣਗੇ। ਰਾਜੀਵ ਗਾਂਧੀ ਉਹਦੇ ਦਬਾਅ ਹੇਠ ਆ ਗਿਆ ਤੇ ਉਸ ਨੇ ਪੰਜਾਬ ਅਸੈਂਬਲੀ ਨੂੰ ਕਾਇਮ ਰਹਿਣ ਦਿੱਤਾ ਪਰ ਬਰਨਾਲਾ ਸਰਕਾਰ ਨੂੰ ਬਰਤਰਫ ਕਰ ਦਿੱਤਾ ਤੇ ਮਈ 1987 ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। ਫਿਰ ਵੀ ਕਾਂਗਰਸ ਹਰਿਆਣਾ ਵਿੱਚੋਂ ਚੋਣਾਂ ਹਾਰ ਗਈ। 1988 ਦਾ ਪਹਿਲਾ ਮਹੀਨਾ ਪੰਜਾਬ ਦੇ ਇਤਿਹਾਸ ਵਿੱਚ ਘਾਤਕ ਜਨਵਰੀ ਵਜੋਂ ਜਾਣਿਆ ਜਾਵੇਗਾ। ਇਹ ਮਹੀਨਾ ਪਟਿਆਲਾ ਵਿੱਚ ਸਿੱਖ ਖਾਲਿਸਤਾਨੀਆਂ ਹੱਥੋਂ 2 ਪੁਲਿਸ ਅਫਸਰਾਂ ਦੇ ਕਤਲ ਨਾਲ ਆਰੰਭ ਹੋਇਆ। ਹਿੰਦੂਆਂ ਤੇ ਸਿੱਖਾਂ ਦੇ ਕਤਲ ਤੇਜ਼ੀ ਨਾਲ ਹੋਣ ਲੱਗੇ। ਸਥਿਤੀ ਇਸ ਕਾਰਨ ਬੜੀ ਭੈੜੀ ਹੋ ਗਈ ਕਿ ਕੇਂਦਰੀ ਸਰਕਾਰ ਵਿੱਚ ਤੇ ਅਕਾਲੀ ਨੇਤਾਵਾਂ ਵਿੱਚ ਕੋਈ ਵੀ ਐਸਾ ਨਹੀਂ ਸੀ ਜੋ ਪੰਜਾਬ ਵਿੱਚ ਸ਼ਾਂਤੀ ਬਹਾਲੀ ਲਈ ਭਰੋਸੇ ਨਾਲ ਕੁਝ ਕਹਿ ਸਕਦਾ ਜਾਂ ਕਰ ਸਕਦਾ। ਘੋਰ ਨਿਰਾਸ਼ਾ ਮਗਰੋਂ ਪ੍ਰਧਾਨ ਮੰਤਰੀ ਦੇ ਵਿਚਾਰਕੁੰਡ ਵਿਅਕਤੀਆਂ ਨੇ ਸਿਮਰਨਜੀਤ ਸਿੰਘ ਮਾਨ ਦਾ ਰੁਖ ਕੀਤਾ ਕਿ ਉਹ ਹੀ ਇਸ ਕਸੂਤੀ ਸਥਿਤੀ ਵਿੱਚੋਂ ਕੱਢ ਕੇ ਉਧਾਰ ਕਰੇਗਾ। ਅਪੁਸ਼ਟ ਸਰੋਤਾਂ ਤੋਂ ਇਹ ਖਬਰਾਂ ਵੀ ਮਿਲੀਆਂ ਸਨ ਕਿ ਰਾਜ ਵਿੱਚ ਸ਼ਾਂਤੀ ਕਾਇਮ ਕਰਨ ਦੀ ਸੂਰਤ ਵਿੱਚ ਉਸ ਨੂੰ ਮੁੱਖ ਮੰਤਰੀ ਦੀ ਗੱਦੀ ਦੀ ਪੇਸ਼ਕਸ਼ ਵੀ ਕੀਤੀ ਗਈ ਸੀ। ਇਸ ਦੌਰਾਨ ਦਰਬਾਰ ਸਾਹਿਬ ਵਿੱਚ ਸਥਿਤੀ ਹੋਰ ਵੀ ਵਿਸਫੋਟਕ ਹੋ ਗਈ ਤੇ ਖਾਲਿਸਤਾਨੀਆਂ ਨੇ ਦਰਬਾਰ ਸਾਹਿਬ ਅਹਾਤੇ ਵਿੱਚ ਮੋਰਚਾਬੰਦੀ ਕਰਕੇ ਇਹਦੇ ਉਦਾਲੇ ਬੈਠੀ ਪੁਲਿਸ ਨਾਲ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਦਰਬਾਰ ਸਾਹਿਬ ਦੇ ਬਾਹਰ DIG SS ਵਿਰਕ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਰਾਜੀਵ ਗਾਂਧੀ ਤੇ ਉਹਦੇ ਸਲਾਹਕਾਰ
ਸਖਤ ਕਾਰਵਾਈ ਕਰਨ ਲਈ ਮਜਬੂਰ ਹੋ ਗਏ। ਖੁਸ਼ਕਿਸਮਤੀ ਨਾਲ ਉਹਨਾਂ ਨੂੰ ਇਸ ਕਾਰਜ ਲਈ KPS ਗਿੱਲ, ਡਾਇਰੈਕਟਰ ਜਨਰਲ ਪੁਲਿਸ, ਤੇ ਸਰਬਜੀਤ ਸਿੰਘ, ਡਿਪਟੀ ਕਮਿਸ਼ਨਰ ਅੰਮ੍ਰਿਤਸਰ, 2 ਸਹਿਯੋਗ ਅਧਿਕਾਰੀ ਮਿਲ ਗਏ। ਪੰਜਾਬ ਦੇ ਰਾਜਪਾਲ SS ਰੇ, P ਚਿਦੰਬਰਮ ਤੇ ਰਿਬੇਰੋ ਦੀ ਅਗਵਾਈ ਵਿੱਚ ਦਰਬਾਰ ਸਾਹਿਬ ਨੂੰ ਘੇਰਾ ਪਾਉਣ, ਮਹੱਤਵਪੂਰਨ ਠਿਕਾਣਿਆਂ ਤੇ ਨਿਸ਼ਾਨਚੀ ਨਿਯੁਕਤ ਕਰਨ ਤੇ ਅੰਦਰਲਿਆਂ ਨੂੰ ਪੀਣ ਵਾਲੇ ਪਾਣੀ ਤੋਂ ਦੂਰ ਰੱਖਣ ਲਈ ਯੋਜਨਾ ਤਿਆਰ ਕਰ ਲਈ ਗਈ। ਇਹ ਕਾਰਵਾਈ, ਜੋ ਕਾਲੀ ਗਰਜ ਸਾਕੇ ਵਜੋਂ ਮਸ਼ਹੂਰ ਹੋਈ, 13 ਤੋਂ 18 ਮਈ ਤੱਕ ਪੂਰੀ ਕੀਤੀ ਗਈ। ਅਕਾਲ ਤਖ਼ਤ ਵਿੱਚ ਛੁਪੇ ਹੋਏ ਆਦਮੀਆਂ ਤੇ ਇਸਤਰੀਆਂ ਨੂੰ ਬਾਹਰ ਆਉਣ ਲਈ ਮਜਬੂਰ ਕਰ ਦਿੱਤਾ ਗਿਆ। ਜਿਹੜੇ 2 ਵਿਅਕਤੀਆਂ ਨੇ ਭੱਜ ਜਾਣ ਦੀ ਕੋਸ਼ਿਸ਼ ਕੀਤੀ, ਉਹ ਗੋਲੀ ਮਾਰ ਕੇ ਖਤਮ ਕਰ ਦਿੱਤੇ ਗਏ। ਇੱਕ ਨੇ ਸਾਇਨਾਈਡ ਕੈਪਸੂਲ ਖਾ ਕੇ ਆਤਮਘਾਤ ਕਰ ਲਿਆ। ਦੂਸਰਿਆਂ ਨੇ ਸਿਰ ਉੱਪਰ ਉਠਾ ਕੇ ਆਤਮ ਸਮਰਪਣ ਕਰ ਦਿੱਤਾ। ਕਾਲੀ ਗਰਜ ਕਾਰਵਾਈ ਮੁਕੰਮਲ ਤੌਰ ਤੇ ਸਫਲ ਹੋਈ। ਸ਼ਸਤਰਧਾਰੀ ਦਲਾਂ ਨੂੰ ਦੁਬਾਰਾ ਜਥੇਬੰਦ ਹੋਣ ਤੋਂ ਰੋਕਣ ਤੇ ਇਸ ਸਮੱਸਿਆ ਨੂੰ ਪੱਕੀ ਤਰ੍ਹਾਂ ਜੜ੍ਹੋਂ ਪੁੱਟਣ ਲਈ ਕੇਂਦਰੀ ਸਰਕਾਰ ਨੇ ਗਲਿਆਰਾ ਯੋਜਨਾ ਤਿਆਰ ਕੀਤੀ। ਇਸ ਅਨੁਸਾਰ ਦਰਬਾਰ ਸਾਹਿਬ ਉਦਾਲੇ 30 ਤੋਂ 60 ਮੀਟਰ ਸੁਰੱਖਿਆ ਪੱਟੀ ਤਿਆਰ ਕਰਨੀ ਸੀ, ਜਿਸ ਅਨੁਸਾਰ ਜ਼ਬਰਦਸਤੀ ਨਿੱਜੀ ਜਾਇਦਾਦ ਸਰਕਾਰ ਨੇ ਪ੍ਰਾਪਤ ਕਰਨੀ ਸੀ ਤੇ ਹਜ਼ਾਰਾਂ ਹੀ ਨਿੱਜੀ ਘਰ ਢਾਉਣੇ ਸਨ। ਮੁਆਵਜ਼ੇ ਵਜੋਂ ਭਾਰੀ ਰਕਮ ਅਦਾ ਕੀਤੀ ਗਈ ਤੇ ਬੜੀ ਆਕਾਂਖਿਆ ਭਰਪੂਰ ਪੁਨਰਵਾਸ ਤੇ ਮੁੜ ਵਸੇਬੇ ਦੀ ਯੋਜਨਾ ਤਿਆਰ ਕੀਤੀ ਗਈ, ਪਰ ਇਸ ਨਾਲ ਪੁਰਾਣੇ ਸ਼ਹਿਰ ਦੇ ਮਹੱਤਵਪੂਰਨ ਚਿੰਨ੍ਹ ਜਾਂ ਬਾਜ਼ਾਰ, ਜਿਵੇਂ ਬਾਜ਼ਾਰ ਮਾਈ ਸੇਵਾ, ਸਦਾ ਲਈ ਖਤਮ ਹੋ ਗਏ। ਮਗਰੋਂ ਇਸ ਯੋਜਨਾ ਤੇ ਕੰਮ ਅਨਿਸ਼ਚਿਤ ਸਮੇਂ ਲਈ ਉਸ ਸਮੇਂ ਤੱਕ ਰੋਕ ਦਿੱਤਾ ਗਿਆ ਜਦੋਂ ਪ੍ਰੋਜੈਕਟ ਨਾਲ ਸੰਬੰਧਿਤ ਨਿਗਰਾਨ ਇੰਜੀਨੀਅਰ ਨੂੰ ਗੋਲੀ ਮਾਰ ਕੇ ਢੇਰੀ ਕਰ ਦਿੱਤਾ ਗਿਆ। ਪਰੰਤੂ ਇਹ ਖਿਆਲ ਵੀ ਕਿ ਕਾਲੀ ਗਰਜ ਕਾਰਵਾਈ ਨੇ ਖਾਲਿਸਤਾਨੀਆਂ ਨੂੰ ਖਤਮ ਕਰ ਦਿੱਤਾ ਸੀ, ਅਧੂਰਾ ਤੇ ਅਗੇਤਾ ਸਿੱਧ ਹੋਇਆ। ਜਿਹੜੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਸਨ, ਉਨ੍ਹਾਂ ਨੂੰ ਧੜਾ-ਧੜ ਸ਼ਹੀਦ ਘੋਸ਼ਿਤ ਕੀਤਾ ਗਿਆ। ਉਨ੍ਹਾਂ ਦੇ ਦਾਹ ਸੰਸਕਾਰ ਵਾਲੀਆਂ ਥਾਵਾਂ ਤੇ ਛੋਟੇ-ਛੋਟੇ ਗੁਰਦੁਆਰੇ ਬਣਾਏ ਗਏ ਤੇ ਉਹ ਪੂਜਾ ਸਥਾਨ ਬਣ ਗਏ। ਸਰਕਾਰ ਵੱਲੋਂ ਅਜੀਤ ਵਰਗੇ ਅਖ਼ਬਾਰਾਂ ਦੀਆਂ ਉਨ੍ਹਾਂ ਦੇ ਭੋਗਾਂ ਉੱਪਰ ਸ਼ਰਧਾਂਜਲੀਆਂ ਤੇ ਅਖੰਡ ਪਾਠਾਂ ਦੀਆਂ ਖ਼ਬਰਾਂ ਉੱਪਰ ਰੋਕ ਲਾਉਣ ਦਾ ਕੋਈ ਅਸਰ ਨਾ ਹੋਇਆ। ਕਿਸਾਨ ਅਜੇ ਵੀ ਖਾਲਿਸਤਾਨੀਆਂ ਨੂੰ ਪਿਆਰ ਨਾਲ ਮੁੰਡੇ ਜਾਂ ਖਾੜਕੂ ਕਹਿਣਾ ਚੰਗਾ ਸਮਝਦੇ ਸਨ। ਖਾੜਕੂਆਂ ਨੂੰ ਨਵੇਂ ਮੁੰਡੇ ਆਪਣੇ ਨਾਲ ਭਰਤੀ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਦੀ ਸੀ। ਖਾਲਿਸਤਾਨੀਆਂ ਦੇ ਪ੍ਰਭਾਵ ਵਾਲੇ ਪਿੰਡਾਂ ਵਿੱਚੋਂ ਘੱਟ ਗਿਣਤੀ ਹਿੰਦੂ ਪਿੰਡ ਛੱਡ ਕੇ ਸ਼ਹਿਰਾਂ ਵਿੱਚ ਚਲੇ ਗਏ, ਜਿੱਥੇ ਉਹ ਵਧੇਰੇ ਸੁਰੱਖਿਅਤ ਮਹਿਸੂਸ ਕਰਦੇ ਸਨ। 6 ਜਨਵਰੀ 1999 ਦੀ ਠੰਡੀ ਬੱਦਲਵਾਈ ਵਾਲੀ ਸਵੇਰ ਦੇ ਤੜਕੇ ਸਤਵੰਤ ਸਿੰਘ ਤੇ ਕਿਹਰ ਸਿੰਘ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਲਾ ਦਿੱਤਾ ਗਿਆ। ਉਨ੍ਹਾਂ ਨੂੰ ਇਹ ਸਜ਼ਾ 5 ਸਾਲ ਪਹਿਲਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕਰਨ ਕਰਕੇ ਦਿੱਤੀ ਗਈ ਸੀ। ਭਾਵੇਂ ਸੁਪਰੀਮ ਕੋਰਟ ਦੇ ਕਈ ਪ੍ਰਸਿੱਧ ਕਾਨੂੰਨਦਾਨ ਤੇ ਰਿਟਾਇਰਡ ਜੱਜਾਂ ਦਾ ਵਿਚਾਰ ਸੀ ਕਿ ਕਿਹਰ ਸਿੰਘ, ਜਿਸ ਉੱਪਰ ਕਤਲ ਦੀ ਸਾਜ਼ਿਸ਼ ਕਰਨ ਦਾ ਦੋਸ਼ ਲਾਇਆ ਗਿਆ ਸੀ, ਉਸ ਦੀ ਜਾਨ ਬਖਸ਼ੀ ਜਾਣੀ ਚਾਹੀਦੀ ਸੀ, ਪਰ ਇਸ ਤਰ੍ਹਾਂ ਨਾ ਹੋਇਆ। ਮਹੱਤਵਪੂਰਨ ਤੱਥ ਇਹ ਸੀ ਕਿ ਸ਼੍ਰੀਮਤੀ ਗਾਂਧੀ ਦੇ ਕਤਲਾਂ ਨੂੰ ਤਾਂ 5 ਸਾਲਾਂ ਦੇ ਅੰਦਰ ਸੂਲੀ ਚਾੜ ਦਿੱਤਾ ਗਿਆ, ਪਰ ਮੁਲਕ ਭਰ ਵਿੱਚ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਵੱਡੀ ਗਿਣਤੀ ਵਿੱਚ ਆਜ਼ਾਦ ਘੁੰਮ ਰਹੇ ਸਨ। ਉਨ੍ਹਾਂ 'ਚੋਂ ਬਹੁਤ ਸਾਰਿਆਂ ਨੂੰ ਤਾਂ 2004 ਈਸਵੀ ਤੱਕ ਇਹ ਅੰਤਿਮ ਭਾਗ ਲਿਖੇ ਜਾਣ ਤੱਕ ਵੀ ਕੋਈ ਸਜ਼ਾ ਨਹੀਂ ਮਿਲੀ। ਜਿਵੇਂ ਉਮੀਦ ਹੀ ਸੀ ਕਿ ਪੰਜਾਬ ਵਿੱਚ ਇਸ ਦੀ ਖੂਨੀ ਤੇ ਵਹਿਸ਼ੀ ਪ੍ਰਤੀਕਿਰਿਆ ਹੋਈ, ਜਿੱਥੇ 10 ਪੇਂਡੂ ਨਿਰਦੋਸ਼ ਹਿੰਦੂ ਗੁੱਸੇ ਨਾਲ ਭੜਕੀ ਹੋਈ ਭੀੜ ਨੇ ਮਾਰ ਦਿੱਤੇ। ਇੱਕ ਰੇਲਵੇ ਸਟੇਸ਼ਨ ਨੂੰ ਅੱਗ ਲਾ ਦਿੱਤੀ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸਤਵੰਤ ਸਿੰਘ ਤੇ ਕਿਹਰ ਸਿੰਘ ਦੀਆਂ ਰੂਹਾਂ ਦੀ ਸ਼ਾਂਤੀ ਲਈ ਗੁਰਦੁਆਰਿਆਂ ਵਿੱਚ ਅਰਦਾਸ ਵਿੱਚ ਸ਼ਾਮਿਲ ਹੋਏ ਤੇ ਉਨ੍ਹਾਂ ਨੂੰ ਸ਼ਹੀਦ ਐਲਾਨ ਕਰ ਦਿੱਤਾ ਗਿਆ।
ਖਾਲਿਸਤਾਨੀਆਂ ਨੂੰ ਆਪਣੀਆਂ ਘਿਨਾਉਣੀਆਂ ਕਾਰਵਾਈਆਂ ਤੇਜ਼ ਕਰਨ ਲਈ ਇੱਕ ਹੋਰ ਬਹਾਨਾ ਮਿਲ ਗਿਆ। ਉਹਨਾਂ ਨੂੰ ਇੱਕ ਵਧੀਆ ਟਿਕਾਣਾ 600 ਵਰਗ ਕਿਲੋਮੀਟਰ ਦੀ ਲੁਕਣਗਾਹ ਸਤਲੁਜ ਤੇ ਬਿਆਸ ਦੇ ਕਿਨਾਰਿਆਂ ਦੇ ਵਿਚਕਾਰ ਦਰਿਆ ਦੇ ਮੰਡ ਖੇਤਰ ਵਿੱਚ ਫਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ ਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਮਿਲ ਗਿਆ, ਜਿੱਥੇ ਉਹ ਪੁਲਿਸ ਨੂੰ ਲਲਕਾਰਦੇ ਹੋਏ ਕਾਰਵਾਈਆਂ ਕਰਦੇ ਸਨ। ਇਹ ਇਲਾਕੇ ਪਾਕਿਸਤਾਨੀ ਸਰਹੱਦ ਤੋਂ ਮਸਾਂ 10 ਕਿਲੋਮੀਟਰ ਹੀ ਦੂਰ ਸਨ। ਇਹ ਖੇਤਰ ਮੰਡ ਖੇਤਰ ਵਜੋਂ ਮਸ਼ਹੂਰ ਸੀ ਤੇ ਜੰਗਲੀ ਦਲਦਲੀ ਭੂਮੀ ਸੀ, ਜਿੱਥੇ ਘਾਹ, ਝਾੜ ਬਰੋਟ ਤੇ ਕੰਡੇਦਾਰ ਝਾੜੀਆਂ, ਬੂਝੇ, ਸਰਕਾਨੇ ਉੱਗੇ ਹੋਏ ਸਨ। ਜਦੋਂ ਦਰਿਆਵਾਂ ਵਿੱਚ ਹੜ੍ਹ ਆ ਜਾਂਦਾ ਸੀ ਤਾਂ ਇਸ ਦੇ ਵਧੇਰੇ ਭਾਗ ਵਿੱਚ ਪਾਣੀ ਭਰ ਜਾਂਦਾ ਸੀ ਤੇ ਬੇੜੀਆਂ ਰਾਹੀਂ ਜਾਣ ਲਈ ਕੁਝ ਟਾਪੂ ਹੀ ਬਚੇ ਰਹਿੰਦੇ ਸਨ। ਇਹ ਉਹਨਾਂ ਜੰਗਲੀ ਪੰਛੀਆਂ ਲਈ ਬੱਚੇ ਦੇਣ ਲਈ ਵਧੀਆ ਸ਼ਰਣਗਾਹ ਬਣ ਗਈ, ਜੋ ਬਰਫਾਨੀ ਹਿਮਾਲਾ ਤੇ ਹਿੰਦੂਕੁਸ਼ ਪਹਾੜੀਆਂ ਦੀਆਂ ਚੋਟੀਆਂ ਤੋਂ ਪ੍ਰਵਾਸ ਕਰਕੇ ਆਉਂਦੇ ਸਨ ਤੇ ਉਹ ਇਸ ਨੂੰ ਰੱਖ ਵਿੱਚ ਹੀ ਬਦਲ ਦਿੰਦੇ ਸਨ। ਇਹ ਸਥਾਨ ਦੋ ਖੌਫਨਾਕ ਫਸਾਦੀ ਟੋਲਿਆਂ ਖਾਲਿਸਤਾਨ ਕਮਾਂਡੋ ਫੋਰਸ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਪਨਾਹਗਾਹ ਬਣ ਗਿਆ। ਇੱਥੇ ਉਹ ਕਿਸਾਨਾਂ ਨੂੰ ਚੁੱਕ ਕੇ ਲੈ ਆਉਂਦੇ, ਜ਼ਬਰਦਸਤੀ ਪੈਸੇ ਬਟੋਰਦੇ ਤੇ ਉਹਨਾਂ ਦੀਆਂ ਤੀਵੀਆਂ ਨਾਲ ਜ਼ਬਰਦਸਤੀ ਭੋਗ ਵਿਲਾਸ ਕਰਦੇ। ਦਿਨ ਵੇਲੇ ਉਹਨਾਂ ਦੇ ਲੁਕਣ ਵਾਸਤੇ ਜੰਗਲੀ ਸਰਕਾਨੇ, ਅਰਹਰ ਤੇ ਕਮਾਦ ਦੇ ਖੇਤ ਬਹੁਤ ਸਨ। ਰਾਤ ਵੇਲੇ ਉਹ ਖੁੱਲ੍ਹੇ ਘੁੰਮਦੇ ਫਿਰਦੇ ਰਹਿੰਦੇ, ਜਦੋਂ ਪੁਲਿਸ ਥਾਣਿਆਂ ਵਿੱਚੋਂ ਅੰਦਰੋਂ ਜਿੰਦਰੇ ਮਾਰ ਕੇ ਲੁਕੀ ਰਹਿੰਦੀ। ਪੁਲਿਸ ਤੇ ਖਾਲਿਸਤਾਨੀਆਂ ਵਿੱਚੋਂ ਕਿਸਾਨ ਖਾਲਿਸਤਾਨੀਆਂ ਨੂੰ ਚੰਗਾ ਸਮਝਦੇ ਸਨ, ਕਿਉਂਕਿ ਉਹ ਉਹਨਾਂ ਤੋਂ ਦਸਵੰਧ ਲੈ ਕੇ ਉਹਨਾਂ ਦੀ ਰੱਖਿਆ ਕਰਨ ਦਾ ਇਕਰਾਰ ਵੀ ਕਰਦੇ ਸਨ, ਜਦੋਂ ਕਿ ਪੁਲਿਸ ਨਿਸ਼ਚਿਤ ਸਮੇਂ ਤੇ ਆ ਕੇ ਉਹਨਾਂ ਤੋਂ ਰਕਮ ਬਟੋਰ ਲੈਂਦੀ, ਪਰ ਕੋਈ ਸੁਰੱਖਿਆ ਨਹੀਂ ਦੇ ਸਕਦੀ ਸੀ। ਅੰਤ ਹਤਾਸ਼ ਤੇ ਨਿਰਾਸ਼ ਹੋ ਕੇ ਪੁਲਿਸ ਨੇ ਸਕਾਟਲੈਂਡ ਯਾਰਡ ਦੇ ਜਸੂਸਾਂ ਨੂੰ ਸਲਾਹ ਮਸ਼ਵਰੇ ਲਈ ਬੁਲਾਇਆ। ਕੇਂਦਰੀ ਸਰਕਾਰ ਦੀ ਅਕਲ ਜਵਾਬ ਦੇ ਗਈ ਸੀ ਤੇ ਪੰਜਾਬ ਬਾਰੇ ਉਹ ਕੋਈ ਸਪਸ਼ਟ ਨੀਤੀ ਨਾ ਅਪਣਾ ਸਕੀ। ਇਸ ਨੇ ਵਿਦੇਸ਼ੀ ਮੰਤਰੀ ਨਰਸਿਮਹਾ ਰਾਓ, ਰੱਖਿਆ ਮੰਤਰੀ ਕੇ.ਸੀ. ਪੰਤ, ਗ੍ਰਹਿ ਮੰਤਰੀ ਬੂਟਾ ਸਿੰਘ, ਵਿੱਤ ਮੰਤਰੀ ਐਸ.ਬੀ. ਚੌਹਾਨ, ਰਾਜ ਮੰਤਰੀ ਪੀ. ਚਿਦੰਬਰਮ ਤੇ ਆਧਾਰਿਤ ਮੰਤਰੀ ਮੰਡਲ ਦੀ ਇੱਕ ਵਿਸ਼ੇਸ਼ ਉਪ ਕਮੇਟੀ ਬਣਾ ਕੇ ਪੰਜਾਬ ਦੇ ਨੇਤਾਵਾਂ ਨਾਲ ਵਿਚਾਰ ਵਟਾਂਦਰੇ ਲਈ ਪੰਜਾਬ ਭੇਜਿਆ। ਅਕਾਲੀ ਦਲ ਦੇ 3 ਧੜਿਆਂ ਤੇ ਜਨਤਾ ਦਲ ਨੇ ਉਸ ਕਮੇਟੀ ਨੂੰ ਮਿਲਣ ਤੋਂ ਹੀ ਨਾਂਹ ਕਰ ਦਿੱਤੀ। ਭਾਜਪਾ ਨੇ ਕੇਵਲ ਯਾਦ ਪੱਤਰ ਹੀ ਭੇਜਿਆ ਤੇ ਸੁਰਜੀਤ ਸਿੰਘ ਬਰਨਾਲਾ ਨੇ ਇਸ ਨੂੰ ਕੇਵਲ ਮੂੰਹ ਰੱਖਣੀ ਕਿਹਾ। ਬੂਟਾ ਸਿੰਘ, ਜਿਸ ਤੋਂ ਇਸ ਸੰਮੇਲਨ ਵਿੱਚ ਵਧੇਰੇ ਉੱਘੀ ਭੂਮਿਕਾ ਨਿਭਾਉਣ ਦੀ ਆਸ ਕੀਤੀ ਜਾ ਰਹੀ ਸੀ, ਚੁੱਪ ਹੀ ਰਿਹਾ, ਕਿਉਂਕਿ ਉਸ ਦੇ ਉੱਪਰ ਤੇ ਉਹਦੇ ਪਰਿਵਾਰ ਉੱਪਰ ਭ੍ਰਿਸ਼ਟਾਚਾਰ ਦੇ ਅਨੇਕਾਂ ਦੋਸ਼ ਲਗਾਏ ਗਏ ਸਨ। ਇਸ ਗੱਲਬਾਤ ਪਿੱਛੋਂ ਉਸ ਕਮੇਟੀ ਨੇ ਇਹੋ ਸੁਝਾਅ ਦਿੱਤਾ ਕਿ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਆਧਾਰ ਬਣਾ ਕੇ ਅਗਲੀ ਗੱਲਬਾਤ ਲਈ ਸਰਗਰਮੀ ਨਾਲ ਕੰਮ ਸ਼ੁਰੂ ਕੀਤਾ ਜਾਵੇ। ਇਸ ਦੌਰਾਨ ਰਾਜੀਵ ਗਾਂਧੀ, ਜਿਸ ਨੇ ਸੰਤ ਲੌਂਗੋਵਾਲ ਨਾਲ ਸਮਝੌਤਾ ਕਰਨ ਸਮੇਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਖੁਦਮੁਖਤਿਆਰੀ ਦੀ ਮੰਗ ਤੋਂ ਥੋੜ੍ਹਾ ਜਿਹਾ ਵਧੇਰੇ ਮੰਗ ਆਖਿਆ ਸੀ, ਉਸ ਨੇ ਹੀ ਹੁਣ ਸ਼ਿਮਲੇ ਵਿੱਚ ਤਕਰੀਰ ਕਰਦਿਆਂ ਇਸ ਨੂੰ ਵੱਖਵਾਦੀ ਤੇ ਭਾਰਤ ਲਈ ਖਤਰਾ ਕਹਿ ਕੇ ਨਿੰਦਿਆ ਕੀਤੀ। 1999 ਦੇ ਅੰਤ ਤੱਕ ਰਾਜੀਵ ਗਾਂਧੀ ਨੂੰ ਵੋਟਾਂ ਪੈਣ ਪਿੱਛੋਂ ਪ੍ਰਧਾਨ ਮੰਤਰੀ ਦੀ ਗੱਦੀ ਤੋਂ ਲਾਂਭੇ ਕਰ ਦਿੱਤਾ ਗਿਆ ਤੇ ਉਹਦੀ ਥਾਂ ਤੇ ਵੀ.ਪੀ. ਸਿੰਘ ਪ੍ਰਧਾਨ ਮੰਤਰੀ ਬਣ ਗਿਆ। ਪੰਜਾਬ ਵਿੱਚ ਵੀ ਲੋਕ ਸਭਾ ਚੋਣਾਂ ਕਰਾਈਆਂ ਗਈਆਂ। ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਨੇ ਬਹੁ-ਗਿਣਤੀ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਦਸੰਬਰ ਵਿੱਚ ਰਾਜਪਾਲ ਸਿਧਾਰਥ ਸ਼ੰਕਰ ਰੇ ਨੇ ਤਿਆਗ ਪੱਤਰ ਦੇ ਦਿੱਤਾ। ਉਸ ਦੀ ਥਾਂ ਤੇ ਨਿਰਮਲ ਮੁਖਰਜੀ ਆਈ.ਸੀ.ਐਸ. ਨੇ ਕਾਰਜਭਾਰ ਸੰਭਾਲ ਲਿਆ। ਪ੍ਰਧਾਨ ਮੰਤਰੀ ਨੇ ਪੰਜਾਬ ਸਮੱਸਿਆ ਨੂੰ ਪਹਿਲ ਦਿੱਤੀ। ਗੱਦੀ ਸੰਭਾਲਣ ਤੋਂ ਛੇਤੀ ਹੀ ਮਗਰੋਂ ਉਸ ਨੇ ਰਾਜ ਦੀ ਯਾਤਰਾ ਕੀਤੀ, ਦਰਬਾਰ ਸਾਹਿਬ ਦੇ ਦਰਸ਼ਨ ਕੀਤੇ। ਉਸ ਨੇ ਪਿਛਲੀਆਂ ਗੱਲਾਂ ਭੁਲਾ ਦੇਣ ਲਈ ਬੜੀ ਆਵੇਸ਼ਪੂਰਨ ਤਕਰੀਰ ਕੀਤੀ ਤੇ ਸ਼ਾਂਤੀ ਤੇ ਸਦਭਾਵਨਾ ਦਾ ਨਵਾਂ ਕਾਂਡ ਆਰੰਭ ਕਰਨ ਲਈ ਅਪੀਲ ਕੀਤੀ।
ਉਸ ਵੱਲੋਂ ਖੁੱਲ੍ਹੀ ਜੀਪ ਵਿੱਚ ਦਰਬਾਰ ਸਾਹਿਬ ਤੋਂ ਮੁੜ ਕੇ ਜਾਣ ਦੇ ਅੰਦਾਜ਼ ਨੂੰ ਦਲੇਰੀ ਵਾਲੀ ਤੇ ਨਵਾਂ ਦੌਰ ਸ਼ੁਰੂ ਕਰਨ ਵਾਲੀ ਘਟਨਾ ਕਿਹਾ ਗਿਆ। ਨਵੇਂ ਪ੍ਰਧਾਨ ਮੰਤਰੀ ਨਾਲ ਹੀ ਨਵਾਂ ਰਾਜਪਾਲ ਪਹੁੰਚ ਗਿਆ। ਨਿਰਮਲ ਮੁਖਰਜੀ ਦੀ ਥਾਂ ਤੇ ਵਰਿੰਦਰ ਵਰਮਾ ਨਿਯੁਕਤ ਕਰ ਦਿੱਤਾ ਗਿਆ, ਜੋ ਕਿ ਮੁਕਾਬਲਤਨ ਘੱਟ ਪ੍ਰਸਿੱਧ ਸਿਆਸਤਦਾਨ ਤੇ ਰਾਜ ਸਭਾ ਦਾ ਮੈਂਬਰ ਸੀ। ਜਨਵਰੀ ਵਿੱਚ VP ਸਿੰਘ ਨੇ ਲੁਧਿਆਣਾ ਵਿੱਚ ਇੱਕ ਸਰਵਦਲੀ ਕਾਨਫਰੰਸ ਬੁਲਾਈ। ਉਹਦੇ ਨਾਲ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, CPI ਮਾਰਕਸੀ ਦਾ ਹਰਿਕ੍ਰਿਸ਼ਨ ਸਿੰਘ ਸੁਰਜੀਤ ਤੇ ਕੁਝ ਅਕਾਲੀ ਨੇਤਾ ਸਨ। ਪ੍ਰਧਾਨ ਮੰਤਰੀ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਕਾਇਮ ਕਰਨ ਲਈ ਇੱਕ ਹਮਲਾ ਮਾਰਨ। ਭਾਗ ਲੈਣ ਵਾਲਿਆਂ ਵਿੱਚ ਭਾਰੀ ਉਤਸ਼ਾਹ ਤੇ ਮੇਲ ਮਿਲਾਪ ਵਾਲੀ ਸੁਰ ਸੀ। ਸਿਮਰਨਜੀਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਦਾ ਹਵਾਈ ਅੱਡੇ ਤੇ ਸਵਾਗਤ ਵੀ ਕੀਤਾ ਤੇ ਵਿਦਾਇਗੀ ਵੀ ਦਿੱਤੀ, ਪਰ ਇਸ ਦਾ ਆਮ ਲੋਕਾਂ ਤੇ ਕੋਈ ਪ੍ਰਭਾਵ ਨਾ ਪਿਆ। ਉਹਨਾਂ ਦੇ ਗੁੱਸੇ ਦਾ ਇੱਕ ਸ਼ਿਕਾਰ ਤਾਂ ਬਲਵੰਤ ਸਿੰਘ ਬਣਿਆ, ਜਿਸ ਨੇ ਰਾਜੀਵ ਲੌਂਗੋਵਾਲ ਸਮਝੌਤੇ ਵਿੱਚ ਉੱਘੀ ਭੂਮਿਕਾ ਨਿਭਾਈ ਸੀ ਤੇ ਜੋ ਬਰਨਾਲਾ ਸਰਕਾਰ ਵਿੱਚ ਵਿੱਤ ਮੰਤਰੀ ਰਿਹਾ ਸੀ। ਉਹ ਮੁਅੱਤਲ ਕੀਤੀ ਪੰਜਾਬ ਵਿਧਾਨ ਸਭਾ ਨੂੰ ਬਹਾਲ ਕਰਨ ਲਈ ਤੇ ਰਾਜ ਵਿੱਚ ਲੋਕਤੰਤਰ ਬਹਾਲ ਕਰਨ ਲਈ ਪ੍ਰਧਾਨ ਮੰਤਰੀ ਨੂੰ ਪ੍ਰੇਰਨਾ ਦੇ ਰਿਹਾ ਸੀ। ਉਸ ਨੂੰ 10 ਜੁਲਾਈ 1990 ਨੂੰ ਚੰਡੀਗੜ੍ਹ ਵਿੱਚ ਕਤਲ ਕਰ ਦਿੱਤਾ ਗਿਆ। ਨਿਰਦੋਸ਼ ਲੋਕਾਂ ਦੇ ਕਤਲ ਹੁੰਦੇ ਰਹੇ। ਦਸੰਬਰ 1979 ਵਿੱਚ ਜਗਦੇਵ ਸਿੰਘ ਖੁੱਡੀਆਂ, ਜਿਸ ਨੇ ਲੋਕ ਸਭਾ ਚੋਣ ਜਿੱਤਣ ਵਿੱਚ ਮਾਨ ਦੀ ਸਹਾਇਤਾ ਕੀਤੀ ਸੀ, ਸਹੁੰ ਚੁੱਕਣ ਤੋਂ ਇੱਕ ਦਿਨ ਪਿੱਛੋਂ ਹੀ ਆਪਣੇ ਪਿੰਡ ਵਾਲੇ ਘਰ ਚੋਂ ਗਾਇਬ ਹੋ ਗਿਆ। ਉਸ ਦੀ ਲਾਸ਼ ਕੁਝ ਦਿਨ ਮਗਰੋਂ ਰਾਜਸਥਾਨ ਫੀਡਰ ਨਹਿਰ ਵਿੱਚੋਂ ਮਿਲੀ। ਗੋਬਿੰਦ ਰਾਮ ਨੂੰ, ਜੋ ਨੌਕਰੀ ਕਰ ਰਿਹਾ ਸੀ, ਵਿਵਾਦਗ੍ਰਸਤ IPS ਸੀ, ਉਸ ਨੂੰ ਉਸ ਦੇ ਲੜਕੇ ਦੇ ਕਤਲ ਪਿੱਛੋਂ ਛੇਤੀ ਹੀ ਬੰਬ ਨਾਲ ਉਡਾ ਦਿੱਤਾ ਗਿਆ। ਇੱਕ ਮਹੀਨੇ ਵਿੱਚ ਲਗਭਗ ਔਸਤਨ 146 ਕਤਲ ਹੋਣ ਲੱਗੇ, ਜੋ ਬਲੀ ਦੇ ਬੱਕਰੇ ਬਣੇ। 1999 ਵਿੱਚ ਉਹਨਾਂ ਦੀ ਗਿਣਤੀ 2729 ਸੀ ਤੇ 1990 ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3506 ਹੋ ਗਈ। ਇਹ ਅਨੁਮਾਨ ਲਾਇਆ ਗਿਆ ਕਿ ਰਾਜ ਵਿੱਚ 178 ਕੱਟੜ ਖਾਲਿਸਤਾਨੀ ਹਨ ਤੇ ਦੂਸਰੇ ਸਰਗਰਮ ਖਾਲਿਸਤਾਨੀਆਂ ਦੀ ਗਿਣਤੀ 4733 ਸੀ। ਨਿਰੰਤਰ ਅਹਿੰਸਾ ਕਾਰਨ ਰਾਸ਼ਟਰਪਤੀ ਰਾਜ ਹੋਰ 6 ਮਹੀਨਿਆਂ ਲਈ ਵਧਾ ਦਿੱਤਾ ਗਿਆ। ਨਵੇਂ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਆਉਣ ਨਾਲ ਇੱਕ ਰਿਟਾਇਰਡ ਜਨਰਲ PO ਮਲਹੋਤਰਾ ਨਵਾਂ ਰਾਜਪਾਲ ਆਇਆ। ਅਜੇ ਵੀ ਪੰਜਾਬ ਬਾਰੇ ਕੋਈ ਸਪਸ਼ਟ ਨੀਤੀ ਨਹੀਂ ਸੀ, ਜੋ ਦਿਨੋਂ ਦਿਨ ਅਰਾਜਕਤਾ ਤੇ ਅਫਰਾ ਤਫਰੀ ਵੱਲ ਖਿਸਕਦਾ ਜਾ ਰਿਹਾ ਸੀ। ਪ੍ਰਧਾਨ ਮੰਤਰੀ ਰਾਸ਼ਟਰਪਤੀ ਰਾਜ ਸਮਾਪਤ ਕਰਕੇ ਚੋਣਾਂ ਕਰਾਉਣ ਲਈ ਤੇ ਲੋਕਤੰਤਰੀ ਸ਼ਾਸਨ ਬਹਾਲ ਕਰਨ ਲਈ ਉਤਾਵਲਾ ਸੀ। ਰਾਜਪਾਲ ਨੇ ਬਦਅਮਨੀ ਖਤਮ ਕਰਨ ਨੂੰ ਪ੍ਰਮੁੱਖਤਾ ਦਿੱਤੀ। ਉਸ ਨੇ ਸੈਨਾ ਨੂੰ ਰਕਸ਼ਕ ਕਾਰਵਾਈ ਰਾਹੀਂ ਸੀਮਾ ਬੰਦ ਕਰਨ ਲਈ ਅਧਿਕਾਰ ਦੇ ਦਿੱਤਾ, ਤਾਂ ਜੋ ਬੰਦੂਕਧਾਰੀਆਂ ਦੀ ਨਕਲੋ ਹਰਕਤ ਬੰਦ ਹੋ ਸਕੇ। ਇਸ ਦੌਰਾਨ ਖਾਲਿਸਤਾਨੀਆਂ ਦਾ ਰਾਜ ਪੇਂਡੂ ਖੇਤਰਾਂ ਵਿੱਚ ਜਾਰੀ ਰਿਹਾ। ਉੱਥੇ ਉਹਨਾਂ ਦੇ ਆਪਣੇ ਬਣਾਏ ਕਾਨੂੰਨ ਲਾਗੂ ਹੁੰਦੇ ਰਹੇ, ਜਿਵੇਂ ਕਿ ਦਿਨ ਛੁਪਣ ਪਿੱਛੋਂ ਗਲੀਆਂ ਦੀ ਬਿਜਲੀ ਬੰਦ ਰੱਖੀ ਜਾਂਦੀ ਸੀ। ਪਿੰਡ ਦੇ ਕੁੱਤਿਆਂ ਨੂੰ ਜ਼ਹਿਰ ਪਾ ਕੇ ਜਾਂ ਗੋਲੀ ਮਾਰ ਕੇ ਖਤਮ ਕਰ ਦਿੱਤਾ ਗਿਆ। ਕਿਸੇ ਨੂੰ ਰਾਸ਼ਟਰੀ ਗਾਨ ਜਨ ਗਣ ਮਨ ਗਾਉਣ ਦੀ ਆਗਿਆ ਨਹੀਂ ਸੀ। ਕੋਈ ਹਿੰਦੀ ਨਹੀਂ ਬੋਲ ਸਕਦਾ ਸੀ, ਸਿਰਫ ਪੰਜਾਬੀ ਵਿੱਚ ਗੱਲਬਾਤ ਕਰਨ ਦੀ ਆਗਿਆ ਸੀ। ਲੜਕੀਆਂ ਨੂੰ ਜੀਨ ਤੇ ਸਾੜੀਆਂ ਪਹਿਨਣ ਦੀ ਮਨਾਹੀ ਸੀ। ਉਹਨਾਂ ਨੇ ਸਿਰਫ ਸਲਵਾਰ ਕਮੀਜ਼ ਹੀ ਪਹਿਨਣੀ ਸੀ ਤੇ ਸਿਰ ਦੁਪੱਟੇ ਨਾਲ ਢੱਕ ਕੇ ਰੱਖਣਾ ਸੀ। ਉਹਨਾਂ ਨੂੰ ਕਿਸੇ ਕਿਸਮ ਦੀ ਸ਼ਿੰਗਾਰ ਸਮੱਗਰੀ ਵਰਤਣ ਤੇ ਸਜਣ ਸਵਰਨ ਦੀ ਮਨਾਹੀ ਸੀ। ਖਾੜਕੂਆਂ ਨੂੰ ਭਾਈ ਜਾਂ ਸਰਦਾਰ ਕਹਿ ਕੇ ਸੰਬੋਧਿਤ ਕੀਤਾ ਜਾ ਸਕਦਾ ਸੀ। ਸ਼ਹਿਰਾਂ ਨੂੰ ਛੱਡ ਕੇ ਪਿੰਡਾਂ ਵਿੱਚ ਤਾਂ ਖਾਲਿਸਤਾਨੀਆਂ ਦੀਆਂ ਸਥਾਪਿਤ ਕੀਤੀਆਂ ਪੰਚਾਇਤਾਂ ਹੀ ਕੰਮ ਕਰਦੀਆਂ ਸਨ ਤੇ ਉਹਨਾਂ ਦਾ ਹੀ ਰਾਜ ਚੱਲਦਾ ਸੀ। ਉਹ ਅਕਾਲੀ ਨੇਤਾਵਾਂ ਵੱਲੋਂ ਵੀ ਉਸ ਤਰ੍ਹਾਂ ਹੀ ਬੇਪਰਵਾਹ ਸਨ ਜਿਵੇਂ ਕੇਂਦਰੀ ਤੇ ਰਾਜ ਸਰਕਾਰ ਤੋਂ। ਇੱਕ ਅਨੁਮਾਨ ਲਾਇਆ ਗਿਆ ਕਿ ਜਿਸ ਅਨੁਸਾਰ ਪਿਛਲੇ 10 ਸਾਲਾਂ ਵਿੱਚ ਖਾਲਿਸਤਾਨੀਆਂ ਨਾਲ ਸੰਬੰਧਿਤ ਹਿੰਸਾ ਵਿੱਚ 25,000
ਤੋਂ ਵੱਧ ਨਿਰਦੋਸ਼ ਲੋਕ ਮਾਰੇ ਗਏ ਸਨ ਤੇ ਇਹ ਗਿਣਤੀ 1965 ਤੇ 1971 ਵਿੱਚ ਪਾਕਿਸਤਾਨ ਵਿਰੁੱਧ ਲੜਾਈ ਵਿੱਚ ਮਰਨ ਵਾਲੇ ਭਾਰਤੀ ਫੌਜੀਆਂ ਦੀ ਗਿਣਤੀ ਨਾਲੋਂ ਜ਼ਿਆਦਾ ਸੀ। 1991 ਦੇ ਮੱਧ ਤੋਂ ਪਿੱਛੋਂ ਹਵਾ ਦਾ ਰੁਖ ਖਾਲਿਸਤਾਨੀਆਂ ਦੇ ਵਿਰੁੱਧ ਹੋਣਾ ਸ਼ੁਰੂ ਹੋ ਗਿਆ। ਕਿਸਾਨ ਬੜੇ ਲੰਮੇ ਸਮੇਂ ਤੋਂ ਜਬਰੀ ਉਗਰਾਹੀ, ਕਤਲਾਂ ਤੇ ਬਲਾਤਕਾਰਾਂ ਦਾ ਸ਼ਿਕਾਰ ਹੁੰਦੇ ਰਹੇ ਸਨ। ਉਨ੍ਹਾਂ ਨੇ ਰਕਸ਼ਕ ਮੁਹਿੰਮ ਦਾ ਸਵਾਗਤ ਕੀਤਾ ਤੇ ਉਹ ਇਸ ਗੱਲੋਂ ਬੜੇ ਖੁਸ਼ ਸਨ ਕਿ ਘੱਟੋ ਘੱਟ ਅਮਨ ਕਾਨੂੰਨ ਦੇ ਬਹਾਲ ਹੋਣ ਦੀ ਇੱਕ ਝਲਕ ਤਾਂ ਮਿਲੀ। ਉਹ ਉੱਚੇ ਉੱਚੇ ਨਾਵਾਂ ਥੱਲੇ ਕੰਮ ਕਰ ਰਹੇ ਡਾਕੂਆਂ ਦੇ ਟੋਲਿਆਂ ਦੇ ਰਾਜ ਨੂੰ ਸਹਿਣ ਕਰਨ ਲਈ ਹੁਣ ਤਿਆਰ ਨਹੀਂ ਸਨ। ਪ੍ਰਧਾਨ ਮੰਤਰੀ ਵੀ ਸਿੱਖ ਭਾਈਚਾਰੇ ਨੂੰ ਪਤਿਆਉਣ ਦੀ ਪੂਰੀ ਵਾਹ ਲਾ ਰਿਹਾ ਸੀ। ਜਿਸ ਵੀ ਜਲਸੇ ਨੂੰ ਉਹ ਸੰਬੋਧਿਤ ਕਰਦਾ ਉਸਦਾ ਆਰੰਭ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਕਰਦਾ। ਉਸ ਨੇ ਰਾਜ ਵਿੱਚ ਲੋਕਤੰਤਰ ਬਹਾਲ ਕਰਨ ਦਾ ਭਰੋਸਾ ਵੀ ਦਿੱਤਾ, ਪਰੰਤੂ ਉਸ ਦਾ ਚੋਣਾਂ ਕਰਾਉਣ ਦਾ ਸੰਕੇਤ ਕੁਝ ਅਗੇਤਾ ਸੀ। ਕਾਂਗਰਸ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ। ਜੂਨ 1991 ਦੇ ਪਹਿਲੇ ਹਫ਼ਤੇ ਹੀ 20 ਉਮੀਦਵਾਰ ਖਾਲਿਸਤਾਨੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ। ਚੋਣ ਕਮਿਸ਼ਨਰ TN ਸੇਸ਼ਨ ਨੇ ਪੰਜਾਬ ਚੋਣਾਂ ਮੁਲਤਵੀ ਕਰ ਦਿੱਤੀਆਂ। ਕੇਂਦਰ ਵਿੱਚ ਚੰਦਰ ਸ਼ੇਖਰ ਨੂੰ ਗੱਦੀ ਤੋਂ ਲਾਹਮੇ ਕਰ ਦਿੱਤਾ ਗਿਆ ਤੇ ਨਵੀਆਂ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਗਿਆ। KPS ਗਿੱਲ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾ ਕੇ ਦੁਬਾਰਾ ਲਿਆਂਦਾ ਗਿਆ। ਪਹਿਲਾਂ ਕਿਸੇ ਵੀ ਅਫਸਰ ਨੂੰ ਜੱਟ ਕਿਸਾਨਾਂ ਦੀ ਨਬਜ਼ ਪਛਾਣਨੀ ਨਹੀਂ ਆਈ ਸੀ ਜਿਵੇਂ ਇਸ ਜੱਟ ਅਫਸਰ ਨੇ ਪਛਾਣੀ। ਰਾਸ਼ਟਰਪਤੀ ਦੇ 5 ਸਾਲ ਦੇ ਰਾਜ ਦਾ ਸ਼ਸਤਰਬੱਧ ਸੈਨਾ ਦੀ ਪਹਿਰਾਬੰਦੀ ਤੇ ਪੁਲਿਸ ਦੇ ਰਾਜ ਦੀ ਅਫਰਾ ਤਫਰੀ ਤੇ ਗੜਬੜੀ ਵਾਲੀ ਸਥਿਤੀ ਤੇ ਕੋਈ ਅਸਰ ਨਾ ਪਿਆ। ਇਸ ਸਮੇਂ ਚੋਣ ਮੁਹਿੰਮ ਵਿੱਚ 21 ਮਈ 1991 ਨੂੰ ਸ਼੍ਰੀ ਪੇਰਬੂਦੂਰ ਵਿੱਚ ਰਾਜੀਵ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਤੇ ਨਰਸਿਮਹਾ ਰਾਓ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਗਿਆ। ਉਸ ਨੇ ਫੈਸਲਾ ਕੀਤਾ ਕਿ ਰਾਜ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਜਨਤਾ ਦੇ ਚੁਣੇ ਹੋਏ ਪ੍ਰਤੀਨਿਧਾਂ ਦੇ ਹੱਥ ਦੇਣੀ ਸਭ ਤੋਂ ਵਧੀਆ ਰਹੇਗੀ। ਇਸ ਨੇ ਲਾਲਚ ਜਾਂ ਉਤਸ਼ਾਹ ਦੇ ਰੂਪ ਵਿੱਚ ਚੋਣਾਂ ਸਮਾਪਤ ਹੋਣ ਤੇ ਆਰਥਿਕ ਪ੍ਰਸਤਾਵ ਦੇਣ ਦੀ ਪੇਸ਼ਕਸ਼ ਵੀ ਕੀਤੀ। ਰਾਜ ਸਰਕਾਰ ਵੱਲ ਕੇਂਦਰ ਸਰਕਾਰ ਦਾ 4200 ਕਰੋੜ ਦਾ ਕਰਜ਼ਾ ਸੀ। ਅਕਾਲੀ ਨੇਤਾ ਅੜੇ ਹੋਏ ਸਨ। ਉਨ੍ਹਾਂ ਮੰਗ ਕੀਤੀ ਕਿ ਆਰਥਿਕ ਪ੍ਰਸਤਾਵ ਦਾ ਪਹਿਲਾਂ ਐਲਾਨ ਕਰੋ ਤੇ ਚੋਣਾਂ ਮਗਰੋਂ ਕਰਵਾਓ। ਰਾਜਪਾਲ ਸੁਰਿੰਦਰ ਨਾਥ ਨੇ ਉਨ੍ਹਾਂ ਦੀ ਮੰਗ ਦਾ ਸਮਰਥਨ ਕੀਤਾ। ਇੱਕ ਵਾਰ ਫਿਰ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਨੇ ਅੜਿੱਕਾ ਲਾ ਦਿੱਤਾ। ਉਸ ਨੇ ਦਲੀਲ ਦਿੱਤੀ ਕਿ ਜੇ ਤੁਸੀਂ ਪੰਜਾਬ ਨੂੰ ਵਿੱਤੀ ਸਹਾਇਤਾ ਦਿੱਤੀ ਤਾਂ ਹਰਿਆਣੇ ਦੇ ਹਿੰਦੂਆਂ ਦੇ ਸਮਰਥਨ ਤੋਂ ਹੱਥ ਧੋ ਲਵੋਗੇ। ਪ੍ਰਧਾਨ ਮੰਤਰੀ ਨੇ ਵਿੱਤੀ ਪ੍ਰਸਤਾਵ ਬਾਰੇ ਕੁਝ ਨਾ ਕਿਹਾ ਤੇ ਉਹਦੇ ਦਬਾਅ ਹੇਠ ਆ ਗਿਆ ਤੇ 19 ਫਰਵਰੀ 1992 ਨੂੰ ਚੋਣਾਂ ਕਰਵਾਉਣ ਦੀ ਘੋਸ਼ਣਾ ਕਰ ਦਿੱਤੀ। ਖਾਲਿਸਤਾਨੀਆਂ ਨੇ ਐਲਾਨ ਕਰ ਦਿੱਤਾ ਕਿ ਜਿਹੜੇ ਉਮੀਦਵਾਰ ਚੋਣਾਂ ਵਿੱਚ ਖੜੇ ਹੋਏ ਜਾਂ ਉਹ ਲੋਕ ਜੋ ਵੋਟਾਂ ਪਾਉਣ ਗਏ ਉਹ ਉਹਨਾਂ ਨੂੰ ਮਾਰ ਦੇਣਗੇ। ਅਕਾਲੀ ਉਹਨਾਂ ਦੇ ਡਰਾਵੇ ਵਿੱਚ ਆ ਗਏ ਤੇ ਇੱਕ ਧੜੇ ਤੋਂ ਬਿਨਾਂ ਸਭ ਨੇ ਹੀ ਚੋਣਾਂ ਦਾ ਬਾਈਕਾਟ ਕਰ ਦਿੱਤਾ ਤੇ ਚੋਣ ਮੈਦਾਨ ਕਾਂਗਰਸ, ਭਾਜਪਾ, ਬਸਪਾ ਤੇ ਦੋਹਾਂ ਕਮਿਊਨਿਸਟ ਪਾਰਟੀਆਂ ਤੇ ਜਨਤਾ ਦਲ ਲਈ ਖੁੱਲ੍ਹਾ ਛੱਡ ਦਿੱਤਾ ਗਿਆ। ਇੱਕ ਤਰ੍ਹਾਂ ਨਾਲ ਬਹੁਤੇ ਹਲਕਿਆਂ ਵਿੱਚ ਕਾਂਗਰਸ ਦੀ ਸਿੱਧੀ ਹੀ ਜਿੱਤ ਸੀ। ਸਿਰਫ ਸ਼ਹਿਰੀ ਹਿੰਦੂਆਂ ਨੇ ਹੀ ਭਾਜਪਾ ਦਾ ਸਮਰਥਨ ਕੀਤਾ। ਵੋਟਾਂ ਦਾ ਭੁਗਤਾਨ ਬੜਾ ਹੀ ਘੱਟ ਸੀ ਤੇ ਕਈ ਹਲਕਿਆਂ ਵਿੱਚ ਤਾਂ ਇਹ 1% ਹੀ ਸੀ। ਕਾਂਗਰਸ ਪਾਰਟੀ 21.6% ਵੋਟ ਲੈ ਕੇ ਹਕੂਮਤ ਸੰਭਾਲ ਬੈਠੀ। ਬੇਅੰਤ ਸਿੰਘ ਨੂੰ ਮੁੱਖ ਮੰਤਰੀ ਚੁਣ ਲਿਆ ਗਿਆ। ਅਕਾਲੀ ਨੇਤਾਵਾਂ ਨੇ ਇਨ੍ਹਾਂ ਚੋਣਾਂ ਨੂੰ ਫਜ਼ੂਲ ਤੇ ਨਾਜਾਇਜ਼ ਕਿਹਾ ਤੇ ਉਹ ਹੁਣ ਸ਼ਕਤੀ ਦੀ ਦੂਸਰੀ ਪਦਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਲਾਮਬੰਦ ਹੋਣ ਲੱਗੇ ਜੋ ਸਮੁੱਚੇ ਰੂਪ ਵਿੱਚ ਸਿੱਖਾਂ ਨਾਲ ਸੰਬੰਧਿਤ ਸੀ। ਉਨ੍ਹਾਂ ਨੇ ਇੱਕ ਵਾਰ ਫਿਰ ਮੋਰਚਾ ਲਾ ਕੇ ਰਾਜ ਕਾਜ ਦਾ ਕੰਮ ਠੱਪ ਕਰ ਦੇਣ ਦੀ ਧਮਕੀ ਦੇ ਦਿੱਤੀ। ਉਨ੍ਹਾਂ ਦਾ ਨਾਅਰਾ ਸੀ ਸਰਕਾਰ ਹਟਾਓ ਪੰਜਾਬ ਬਚਾਓ, ਮੰਤਰੀਆਂ ਦਾ ਕਰੋ ਘਿਰਾਓ। ਉਨ੍ਹਾਂ ਦੀ ਮੋਰਚਾਬੰਦੀ ਤੋਂ ਪਹਿਲਾਂ ਹੀ ਬੇਅੰਤ ਸਿੰਘ ਨੇ ਉਨ੍ਹਾਂ ਦੇ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ। ਜਦੋਂ ਖਾਲਿਸਤਾਨੀਆਂ ਨੇ ਫਿਰ ਆਪਣੀਆਂ ਮਨਹੂਸ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਤਾਂ ਬੇਅੰਤ ਸਿੰਘ ਨੇ
KPS ਗਿੱਲ ਨੂੰ ਉਹਨਾਂ ਨਾਲ ਨਜਿੱਠਣ ਲਈ ਖੁੱਲ੍ਹੀ ਛੁੱਟੀ ਦੇ ਦਿੱਤੀ। ਆਪਰੇਸ਼ਨ ਰੱਖਿਅਕ 2 ਬੜਾ ਉਪਯੋਗੀ ਸਿੱਧ ਹੋਣ ਲੱਗਾ। ਫੌਜ ਨੇ ਪਿੰਡਾਂ ਵਿੱਚ ਖਾਲਿਸਤਾਨੀਆਂ ਤੇ ਉਹਨਾਂ ਦੇ ਸਮਰਥਕਾਂ ਦੀ ਭਾਲ ਸ਼ੁਰੂ ਕਰ ਦਿੱਤੀ। ਖਾਲਿਸਤਾਨੀਆਂ ਨੂੰ ਜਾਂ ਤਾਂ ਗੋਲੀਆਂ ਨਾਲ ਉਡਾਇਆ ਜਾਣ ਲੱਗਾ ਜਾਂ ਗ੍ਰਿਫਤਾਰ ਕੀਤਾ ਜਾਣ ਲੱਗਾ। ਪੇਂਡੂਆਂ ਨੂੰ ਡਰਾਉਣ ਧਮਕਾਉਣ ਦੀ ਥਾਂ ਜਿਵੇਂ ਫੌਜ ਪਹਿਲਾਂ ਕਰਦੀ ਰਹੀ ਸੀ, ਹੁਣ ਉਹਨਾਂ ਨਾਲ ਫੌਜ ਨੇ ਦੋਸਤੀ ਕਾਇਮ ਕਰਨੀ ਸ਼ੁਰੂ ਕਰ ਦਿੱਤੀ। ਜਿੱਥੇ ਫੌਜ ਗਈ, ਪੇਂਡੂਆਂ ਲਈ ਖਾਦ ਸਮੱਗਰੀ ਤੇ ਦਵਾਈਆਂ ਲੈ ਕੇ ਪਹੁੰਚੀ। ਇਹ ਹੁਸ਼ਿਆਰੀ ਭਰੀ ਚਾਲ ਸਫਲ ਰਹੀ। ਪੰਜਾਬ ਦੇ ਕਿਸਾਨਾਂ ਨੇ ਬਦਅਮਨੀ ਸਮੇਂ ਬੜੇ ਦੁੱਖ ਝੱਲੇ ਸਨ। ਉਹ ਹੁਣ ਬਦਮਾਸ਼ਾਂ ਨੂੰ ਭਾਲ ਕੇ ਖਤਮ ਕਰਨ ਲਈ ਪੁਲਿਸ ਦੀ ਸਹਾਇਤਾ ਕਰਨ ਲੱਗੇ। ਕੁਝ ਮਹੀਨੇ ਤਾਂ ਪੰਜਾਬ ਵਿੱਚ ਜੰਗਲ ਦਾ ਰਾਜ ਰਿਹਾ। ਕਾਨੂੰਨੀ ਵਿਧਾਨ ਨੂੰ ਛਿੱਕੇ ਤੇ ਟੰਗ ਦਿੱਤਾ ਗਿਆ ਤੇ ਕਈ ਨਿਰਦੋਸ਼ ਲੋਕਾਂ ਦੀਆਂ ਜਾਨਾਂ ਵੀ ਗਈਆਂ। ਪਰ 1993 ਦੇ ਅੰਤ ਤੱਕ ਰਾਜ ਵਿੱਚ ਅਮਨ ਕਾਨੂੰਨ ਦੇ ਕਾਇਮ ਹੋਣ ਦੀ ਝਲਕ ਪੈਣ ਲੱਗੀ। ਜਨਵਰੀ 1993 ਵਿੱਚ ਬੇਅੰਤ ਸਿੰਘ ਨੇ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਦਾ ਸਾਹਸ ਭਰਿਆ ਕਦਮ ਉਠਾਇਆ। ਉਹਦੇ ਮੰਤਰੀ ਮੰਡਲ ਦੇ ਬਹੁਤ ਸਾਰੇ ਸਾਥੀ ਇਸ ਗੱਲ ਦੇ ਵਿਰੁੱਧ ਸਨ। ਉਹਨਾਂ ਦੀ ਦਲੀਲ ਸੀ ਕਿ ਉਗਰਵਾਦੀ ਪੰਚਾਇਤਾਂ ਤੇ ਕਾਬਜ਼ ਹੋ ਕੇ ਖਾਲਸਾ ਪੰਚਾਇਤਾਂ ਦੀ ਘੋਸ਼ਣਾ ਕਰ ਦੇਣਗੇ। ਬੇਅੰਤ ਸਿੰਘ ਆਪ ਸਰਪੰਚ ਰਿਹਾ ਤੇ ਮਗਰੋਂ ਉਹ ਪੰਚਾਇਤ ਸਮਿਤੀ ਦਾ ਚੇਅਰਮੈਨ ਵੀ ਰਿਹਾ ਸੀ। ਉਹ ਜਾਣਦਾ ਸੀ ਕਿ ਆਪਣੀ ਸਰਕਾਰ ਦੀ ਉਚਿਤਤਾ ਦਿਖਾਉਣ ਲਈ ਤੇ ਪੇਂਡੂ ਪੰਜਾਬ ਵਿੱਚ ਆਮ ਹਾਲਾਤ ਬਹਾਲ ਕਰਨ ਲਈ ਬੁਨਿਆਦੀ ਲੋਕਤੰਤਰੀ ਸੰਸਥਾਵਾਂ ਦੀ ਕਿਤਨੀ ਮਹੱਤਤਾ ਸੀ। ਇਹਨਾਂ ਚੋਣਾਂ ਵਿੱਚ 90% ਵੋਟਾਂ ਭੁਗਤੀਆਂ ਤੇ ਬਹੁਤੀਆਂ ਸੀਟਾਂ ਤੇ ਕਾਂਗਰਸੀ ਉਮੀਦਵਾਰ ਜੇਤੂ ਰਹੇ। ਇਹ ਚੁਣੇ ਹੋਏ ਪ੍ਰਤੀਨਿਧ ਆਮ ਲੋਕਾਂ ਤੇ ਸਥਾਨਕ ਪ੍ਰਸ਼ਾਸਨ ਵਿੱਚ ਅਤੇ ਪੁਲਿਸ ਵਿਚਕਾਰ ਰਾਜਾਂ ਵਿੱਚ ਆਤੰਕਵਾਦ ਖਤਮ ਕਰਨ ਲਈ ਵਧੀਆ ਕੜੀ ਸਾਬਿਤ ਹੋਏ। ਗਲਿਆਰਾ ਯੋਜਨਾ ਕਰਨਬੀਰ ਸਿੰਘ ਸਿੱਧੂ ਤੇ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਹੋਣ ਤੱਕ ਅਣਗੌਲੀ ਹੀ ਰਹੀ। ਮਸਾਂ ਹੀ 8 ਸਾਲਾਂ ਦੀ ਨੌਕਰੀ ਵਾਲੇ ਨੌਜਵਾਨ ਸਿੱਖ IAS ਅਫਸਰ ਨੇ ਇਸ ਨੂੰ 1992-93 ਵਿੱਚ ਆਪਣੀ ਨਿਯੁਕਤੀ ਤੋਂ ਤੁਰੰਤ ਪਿੱਛੋਂ ਮੁੜ ਸੁਰਜੀਤ ਕੀਤਾ। ਇਸ ਦੇ ਨਾਲ ਹੀ ਚੋਟੀ ਦੇ ਖਾੜਕੂਆਂ ਵੱਲੋਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸਪਸ਼ਟ ਰੂਪ ਵਿੱਚ ਬੇਅੰਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਅਣਲਿਖਿਆ ਗੁਪਤ ਸਮਝੌਤਾ ਹੋ ਗਿਆ ਸੀ। ਗਲਿਆਰਾ ਯੋਜਨਾ ਨੂੰ ਤੁਰੰਤ ਹੀ ਸੁਰੱਖਿਆ ਪੱਟੀ ਦੀ ਥਾਂ ਦਰਬਾਰ ਸਾਹਿਬ ਦੀ ਦੂਸਰੀ ਪਰਿਕਰਮਾ ਦਾ ਨਾਮ ਦੇ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਣਅਧਿਕਾਰਿਤ ਤੌਰ ਤੇ ਇਹਦੀ ਭਵਨ ਨਿਰਮਾਣ ਵਿਉਂਤ ਦੀ ਸੋਧ ਪਰਖ ਲਈ ਵੀ ਇਸ ਸ਼ਰਤ ਤੇ ਸਹਿਮਤ ਹੋ ਗਈ ਸੀ ਕਿ ਕੋਈ ਵੀ ਕਾਂਗਰਸ ਮੰਤਰੀ ਜਾਂ ਪਦ ਅਧਿਕਾਰੀ ਇਸ ਦਾ ਉਦਘਾਟਨ ਕਰਨ ਜਾਂ ਕਿਸੇ ਪੜਾਅ ਦਾ ਪ੍ਰਾਰੰਭ ਕਰਨ ਨਹੀਂ ਆਵੇਗਾ। ਇਸ ਯੋਜਨਾ ਦੇ ਮੁਕੰਮਲ ਕਰਨ ਦਾ ਦਾਅਵਾ ਕਰਕੇ ਭੁੱਲ ਨਹੀਂ ਖੱਟੇਗਾ। ਸਰਕਾਰ ਸਹਿਮਤ ਹੋ ਗਈ ਤੇ ਸਾਰੀ ਯੋਜਨਾ ਦਾ ਖਰਚ ਝੱਲਣ ਲਈ ਵੀ ਤਿਆਰ ਹੋ ਗਈ। ਇਸ ਯੋਜਨਾ ਨੇ ਸੁੰਦਰ ਭੂ ਦ੍ਰਿਸ਼ ਚਿੱਤਰ ਤੇ ਜਲ ਦ੍ਰਿਸ਼ ਚਿੱਤਰ ਪੇਸ਼ ਕੀਤੇ ਜੋ ਪਵਿੱਤਰ ਗੁਰਧਾਮ ਦੀ ਨਿਰਮਲਤਾ ਵਿੱਚ ਘੁਲੇ ਮਿਲੇ ਤੇ ਇਕਸਾਰ ਤੇ ਇਕਸੁਰ ਪ੍ਰਤੀਤ ਹੁੰਦੇ ਹਨ। ਗਲਿਆਰੇ ਦਾ 3/4 ਭਾਗ 1992-96 ਵਿੱਚ ਪੂਰਾ ਕੀਤਾ ਗਿਆ, ਪਰ ਸਭ ਤੋਂ ਵੱਧ ਮਹੱਤਵਪੂਰਨ ਅਗਲਾ ਭਾਗ ਅਜੇ ਵੀ ਅਧੂਰਾ ਪਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1925 ਵਿੱਚ ਬਣੀ ਸਦਾ ਲਈ ਪ੍ਰਾਂਤਕ ਸਰਕਾਰ ਦੀ ਮੁਕਾਬਲੇ ਦੀ ਵਿਰੋਧ ਸ਼ਕਤੀ ਰਹੀ ਹੈ। ਇਹ ਆਰੰਭ ਤੋਂ ਹੀ ਅਕਾਲੀਆਂ ਦਾ ਗੜ੍ਹ ਰਹੀ ਹੈ। ਇਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਲਗਭਗ 300 ਤੋਂ ਵੱਧ ਗੁਰਦੁਆਰਿਆਂ ਤੇ ਸਕੂਲਾਂ, ਕਾਲਜਾਂ, ਹਸਪਤਾਲਾਂ ਤੇ ਇਸ ਵੱਲੋਂ ਵਿੱਤੀ ਸਹਾਇਤਾ ਨਾਲ ਚਲਾਈਆਂ ਜਾ ਰਹੀਆਂ ਸੰਸਥਾਵਾਂ ਦਾ ਪ੍ਰਬੰਧ ਕਰਦੀ ਹੈ। ਇਸ ਦਾ ਸਾਲਾਨਾ ਬਜਟ 142 ਕਰੋੜ ਰੁਪਏ ਦਾ ਹੈ। ਇਸ ਦੇ ਪ੍ਰਧਾਨ ਨੂੰ ਗ੍ਰੰਥੀਆਂ, ਰਾਗੀਆਂ, ਸੇਵਾਦਾਰਾਂ, ਹੈੱਡਮਾਸਟਰਾਂ, ਪ੍ਰਿੰਸੀਪਲਾਂ ਤੇ ਇਸ ਵੱਲੋਂ ਚਲਾਏ ਜਾਂਦੇ ਹਸਪਤਾਲਾਂ ਵਿੱਚ ਡਾਕਟਰਾਂ ਨੂੰ ਨਿਯੁਕਤ ਕਰਨ ਦੇ ਵਿਸ਼ਾਲ ਅਧਿਕਾਰ ਤੇ ਸਰਪ੍ਰਸਤੀ ਪ੍ਰਾਪਤ ਹੈ। ਉਸ ਦੀ ਅਕਾਲ ਤਖ਼ਤ ਤੇ ਜਥੇਦਾਰਾਂ ਦੀ ਨਿਯੁਕਤੀ ਵਿੱਚ ਵੀ ਪ੍ਰਮੁੱਖ ਭੂਮਿਕਾ ਹੈ। 1/4 ਸਦੀ ਤੋਂ ਵੱਧ ਸਮੇਂ ਲਈ ਗੁਰਬਚਨ ਸਿੰਘ ਟੌਹੜਾ ਇਸ ਦੀ
ਨਿਰਵਿਵਾਦ ਪ੍ਰਧਾਨਗੀ ਲਈ ਹੱਕ ਜਮਾਉਣ ਵਿੱਚ ਸਫਲ ਰਿਹਾ। ਉਸ ਦਾ ਖਾਲਿਸਤਾਨ ਦੀ ਮੰਗ ਪ੍ਰਤੀ ਗੋਲ-ਮੋਲ ਦ੍ਰਿਸ਼ਟੀਕੋਣ ਰਿਹਾ ਸੀ ਤੇ ਇੱਕ ਵਾਰ ਖਾਲਿਸਤਾਨੀਆਂ ਹੱਥੋਂ ਗੋਲੀ ਮਾਰਨ ਤੇ ਜ਼ਖਮੀ ਹੋਣ ਕਾਰਨ ਉਹ ਉਹਨਾਂ ਤੋਂ ਡਰਿਆ ਵੀ ਹੋਇਆ ਸੀ। 185 ਮੈਂਬਰੀ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਉਣ ਦੀ ਜ਼ਿੰਮੇਵਾਰੀ ਪ੍ਰਾਂਤਕ ਸਰਕਾਰ ਦੀ ਹੈ। 1984 ਤੋਂ ਪਿੱਛੋਂ ਕਦੇ ਚੋਣਾਂ ਨਹੀਂ ਕਰਵਾਈਆਂ ਗਈਆਂ। 1993 ਤੱਕ 47 ਮੈਂਬਰ ਮਰ ਗਏ ਸਨ। ਬੇਅੰਤ ਸਿੰਘ ਦਾ ਵਿਚਾਰ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਤਮ ਕਰਕੇ ਸਾਰਾ ਟੰਟਾ ਹੀ ਖਤਮ ਕਰ ਦੇਣਾ ਚਾਹੀਦਾ ਹੈ। ਉਸ ਨੇ ਅਖਬਾਰਾਂ ਨੂੰ ਬਿਆਨ ਦੇ ਦਿੱਤਾ, ਹੁਣ ਸਮਾਂ ਬਦਲ ਗਿਆ ਹੈ, ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀ ਲੋੜ ਹੈ। ਦੂਸਰੇ ਧਰਮਾਂ ਵਾਂਗ ਸਿੱਖਾਂ ਨੂੰ ਵੀ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਸਥਾਨਕ ਕਮੇਟੀਆਂ ਰਾਹੀਂ ਕਰਨਾ ਚਾਹੀਦਾ ਹੈ। ਬੇਅੰਤ ਸਿੰਘ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਸਦਾ ਲੜ ਝਗੜ ਰਹੇ ਅਕਾਲੀ ਧੜਿਆਂ ਨੂੰ ਜੇ ਕੋਈ ਇੱਕ ਚੀਜ਼ ਇਕੱਠਿਆਂ ਕਰ ਸਕਦੀ ਹੈ ਤਾਂ ਉਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਰਕਾਰੀ ਦਖਲਅੰਦਾਜ਼ੀ। ਟੌਹੜੇ ਨੂੰ ਬਾਦਲ, ਮਾਨ ਤੇ ਹੋਰ ਸਭ ਦਾ ਸਮਰਥਨ ਮਿਲ ਗਿਆ। ਪਹਿਲਾਂ ਵਾਂਗ ਹੀ ਉਹਨਾਂ ਦੇ ਇਕੱਠ ਹੋਣ ਦਾ ਇੱਕ ਹੀ ਨਾਅਰਾ ਸੀ, ਪੰਥ ਨੂੰ ਖਤਰਾ ਹੈ। ਬੇਅੰਤ ਸਿੰਘ ਨੂੰ ਅਕਲ ਆ ਗਈ ਤੇ ਉਸ ਨੇ ਆਪਣਾ ਬਿਆਨ ਵੀ ਤੇ ਕਦਮ ਵੀ ਪਿਛਾਂਹ ਖਿੱਚ ਲਏ। ਉਸ ਨੇ ਖਾਲਿਸਤਾਨ ਖਤਮ ਕਰਨ ਵੱਲ ਆਪਣਾ ਧਿਆਨ ਲਾ ਦਿੱਤਾ। ਉਸ ਨੇ ਰਾਜਪਾਲ ਸੁਰਿੰਦਰ ਨਾਥ ਤੇ ਡਾਇਰੈਕਟਰ ਜਨਰਲ ਪੁਲਿਸ KPS ਗਿੱਲ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ। ਗਿੱਲ ਆਪਣੇ ਕੰਮ ਵਿੱਚ ਦਾਨਵੀ ਜੋਸ਼ ਨਾਲ ਜੁਟ ਪਿਆ। ਉਸ ਦਾ ਦ੍ਰਿੜ ਵਿਸ਼ਵਾਸ ਸੀ ਕਿ ਅੰਦਰੂਨੀ ਅਮਨ ਕਾਨੂੰਨ ਦੀ ਸਥਾਪਤੀ ਫੌਜ ਦੀ ਨਹੀਂ, ਪੁਲਿਸ ਦੀ ਜ਼ਿੰਮੇਵਾਰੀ ਹੈ। ਉਸ ਨੇ ਪੁਲਿਸ ਦੀ ਗਿਣਤੀ 35,000 ਤੋਂ ਵਧਾ ਕੇ 60,000 ਕਰ ਦਿੱਤੀ ਤੇ ਉਹਦੇ ਵਿੱਚ ਮਜ਼੍ਹਬੀ ਸਿੱਖ ਵੱਡੀ ਗਿਣਤੀ ਵਿੱਚ ਭਰਤੀ ਕਰ ਲਏ। ਇਸ ਦੇ ਸਮਾਨਾਂਤਰ ਹੀ ਅਰਧ ਸੈਨਿਕ ਬਲਾਂ ਦੀ ਗਿਣਤੀ 400 ਕੰਪਨੀਆਂ ਤੋਂ ਘਟਾ ਕੇ 260 ਕਰ ਦਿੱਤੀ ਗਈ। ਉਸ ਨੂੰ ਜਲੰਧਰ ਦੇ ਕੋਰ ਕਮਾਂਡਰ ਲੈਫ ਜਨਰਲ BKN ਸ਼ਿੰਬਰ ਦਾ ਪੂਰਾ ਸਮਰਥਨ ਸੀ, ਜੋ ਮਗਰੋਂ ਸੁਰੱਖਿਆ ਸਲਾਹਕਾਰ ਬਣਿਆ ਤੇ ਫਿਰ ਪੰਜਾਬ ਦਾ ਰਾਜਪਾਲ ਬਣਿਆ। ਜੋ ਰੁਪਇਆ ਉਹਦੇ ਹਵਾਲੇ ਕੀਤਾ ਗਿਆ, ਉਸ ਦੀ ਵਰਤੋਂ ਉਸ ਨੇ ਖਾਲਿਸਤਾਨੀ ਦਲਾਂ ਵਿੱਚ ਫੁੱਟ ਪਾਉਣ ਤੇ ਜਸੂਸਾਂ ਨੂੰ ਤੇ ਸੂਹ ਦੇਣ ਵਾਲਿਆਂ ਨੂੰ ਆਪਣੇ ਨਾਲ ਮਿਲਾਉਣ ਲਈ ਕੀਤੀ, ਕਿਉਂਕਿ ਇਹ ਦਲ ਰਾਤ ਨੂੰ ਹੀ ਕਾਰਵਾਈ ਕਰਿਆ ਕਰਦੇ ਸਨ। ਉਸ ਨੇ ਆਪਰੇਸ਼ਨ ਨਾਈਟ ਡੋਮੀਨੈਂਸ ਸ਼ੁਰੂ ਕੀਤੇ। ਉਸ ਨੇ ਤਰਨਤਾਰਨ ਨੇੜੇ ਰਾਤ ਸਮੇਂ ਬਹਿਲਾ ਪਿੰਡ ਵਿੱਚ ਕਾਰਵਾਈ ਕੀਤੀ। ਮਾਰੇ ਗਏ ਵਿਅਕਤੀਆਂ ਵਿੱਚ 2 ਬਦਨਾਮ ਖਾਲਿਸਤਾਨੀ ਨੇਤਾ ਗੁਰਬਚਨ ਸਿੰਘ ਮਾਨੋਚਾਲ ਤੇ ਕੌਲੀ ਸਨ। ਇਹਨਾਂ 2 ਜਣਿਆਂ ਦੇ ਮਰਨ ਨਾਲ ਹੀ ਰਾਜ ਵਿੱਚ ਖਾਲਿਸਤਾਨ ਦਾ ਲੱਕ ਟੁੱਟ ਗਿਆ। ਕਿਸੇ ਵੀ ਸਮੇਂ ਇਹਨਾਂ ਖਾਲਿਸਤਾਨੀਆਂ ਸਾਹਮਣੇ ਕੋਈ ਧਾਰਮਿਕ ਜਾਂ ਰਾਜਸੀ ਉਦੇਸ਼ ਨਹੀਂ ਰਿਹਾ ਸੀ। ਇਸ ਦੇ ਉਲਟ ਉਹ ਤਾਂ ਲੁਟੇਰੇ ਬਣ ਗਏ ਸਨ। ਉਹ ਰੁਪਏ ਲੁੱਟਦੇ ਸਨ ਤੇ ਉਹਨਾਂ ਨਾਲ ਕਈ ਹੋਰ ਸ਼ੌਂਕੀਆ ਰਲਦੇ ਗਏ। ਗਿੱਲ ਸੌਂਪੇ ਗਏ ਕੰਮ ਨੂੰ ਯੋਗਤਾ ਨਾਲ ਕਰ ਸਕਣ ਦੇ ਕਾਰਨ ਵਧਾਈ ਦਾ ਹੱਕਦਾਰ ਸੀ। ਅਕਾਲੀਆਂ ਨੇ ਵੀ ਬੇਅੰਤ ਸਿੰਘ ਨੂੰ ਗੱਦੀ ਤੋਂ ਲਾਹੁਣ ਲਈ ਆਪਣੇ ਯਤਨ ਤੇਜ਼ ਕਰ ਦਿੱਤੇ। ਇਸ ਸਾਲ ਦੇ ਸ਼ੁਰੂ ਵਿੱਚ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਅੰਮ੍ਰਿਤਸਰ ਤੋਂ ਅਨੰਦਪੁਰ ਸਾਹਿਬ ਤੱਕ ਖਾਲਸਾ ਮਾਰਚ ਸਮੇਂ ਰਸਤੇ ਤੇ ਪੈਂਦੇ ਪਿੰਡਾਂ ਦੇ ਲੋਕਾਂ ਤੋਂ ਭਰਵਾਂ ਸਮਰਥਨ ਮਿਲ ਗਿਆ। ਇਸ ਤੋਂ ਉਤਸ਼ਾਹਿਤ ਹੋ ਕੇ ਉਹਨਾਂ ਨੇ ਅੰਮ੍ਰਿਤਸਰ ਤੋਂ ਦਿੱਲੀ ਦੀ ਯਾਤਰਾ ਦਾ ਐਲਾਨ ਕਰ ਦਿੱਤਾ। ਬੇਅੰਤ ਸਿੰਘ ਨੇ ਉਹਨਾਂ ਦੀ ਇਹ ਕਾਰਵਾਈ ਟੌਹੜਾ, ਬਾਦਲ ਤੇ ਤਲਵੰਡੀ ਸਮੇਤ ਚੋਟੀ ਦੇ 19 ਅਕਾਲੀ ਨੇਤਾਵਾਂ ਨੂੰ ਗ੍ਰਿਫਤਾਰ ਕਰਕੇ ਨਾਕਾਮ ਬਣਾ ਦਿੱਤੀ। ਤਜਵੀਜ਼ ਕੀਤੀ ਯਾਤਰਾ ਸ਼ੁਰੂ ਹੀ ਨਾ ਕੀਤੀ ਜਾ ਸਕੀ। ਇਹ ਅਜੀਬ ਸਥਿਤੀ ਸੀ ਕਿ ਜਦੋਂ ਬਾਕੀ ਦੇ ਸਾਰੇ ਪੰਜਾਬ ਵਿੱਚ ਬੇਚੈਨੀ ਸੀ, ਇਸ ਦਾ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਤਰੱਕੀ ਕਰ ਰਿਹਾ ਸੀ ਤੇ ਉਦਮੀਆਂ, ਉਦਯੋਗਪਤੀਆਂ ਤੇ ਕਾਰਖਾਨੇਦਾਰਾਂ ਲਈ ਸਵਰਗ ਬਣ ਗਿਆ ਸੀ। ਇਹ ਬਾਈਸਾਈਕਲ ਤੇ ਊਨੀ ਕੱਪੜੇ ਤਿਆਰ ਕਰਦਾ ਆ ਰਿਹਾ ਸੀ ਤੇ ਹੁਣ ਇਹਨਾਂ ਵਸਤੂਆਂ ਦਾ ਉਤਪਾਦਨ ਦੁੱਗਣੇ ਤੋਂ ਵੀ ਵੱਧ ਗਿਆ ਤੇ ਇਹ ਸਿਲਾਈ ਮਸ਼ੀਨਾਂ ਤੇ ਸਹਾਇਕ ਵਸਤੂਆਂ ਦਾ ਕੇਂਦਰ ਬਣ ਗਿਆ ਸੀ। 1994 ਦੀ ਬਹਾਰ ਰੁੱਤ ਵਿੱਚ ਪੰਜਾਬ ਵਿੱਚ ਪੱਕ ਰਹੀਆਂ ਕਣਕ ਦੀਆਂ ਫਸਲਾਂ ਸਮੇਂ ਮੁਕੰਮਲ ਸ਼ਾਂਤੀ ਸੀ। ਲੁਧਿਆਣਾ ਤੋਂ 11 ਕਿਲੋਮੀਟਰ ਦੂਰ ਪਿੰਡ ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਤੇ, ਜਿਸ ਨੂੰ ਪੇਂਡੂ ਓਲੰਪਿਕਸ ਕਿਹਾ ਜਾਂਦਾ ਹੈ, ਦਰਸ਼ਕਾਂ ਦੀ ਬਹੁਤ ਭਾਰੀ ਹਾਜ਼ਰੀ ਸੀ। 3 ਦਿਨਾਂ ਲਈ ਜਸ਼ਨਾਂ ਤੇ ਤਿਉਹਾਰ ਜਿਹਾ ਮਾਹੌਲ ਬਣਿਆ ਰਿਹਾ।
ਜਿੱਥੇ ਨੌਜਵਾਨਾਂ ਨੇ ਆਪਣੀ ਤਾਕਤ ਦੇ ਜੌਹਰ ਦਿਖਾਏ। ਪੇਂਡੂਆਂ ਦੇ ਕਬੱਡੀ ਤੇ ਰੱਸਾਕੱਸੀ ਦੇ ਮੁਕਾਬਲੇ ਹੋਏ। ਇੱਕ ਟੀਮ ਕੈਨੇਡਾ ਦੇ ਸ਼ਹਿਰ ਵੈਨਕੂਵਰ 'ਚੋਂ ਖੇਡਾਂ ਵਿੱਚ ਹਿੱਸਾ ਲੈਣ ਸਾਨਾਂ ਛਤਰਿਆਂ ਤੇ ਬਜ਼ੁਰਗ ਖਿਡਾਰੀਆਂ ਦੀਆਂ ਦੌੜਾਂ ਵੇਖਣ ਪਹੁੰਚੀ। ਕਈ ਸਾਲਾਂ ਪਿੱਛੋਂ ਕੁੜੀਆਂ ਨੇ ਖੇਡ ਤਮਾਸ਼ਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਜੇਤੂਆਂ ਲਈ ਸੋਨੇ, ਚਾਂਦੀ ਤੇ ਕਾਂਸੀ ਦੇ ਤਗਮੇ ਨਹੀਂ ਸਗੋਂ ਘਿਓ ਦੇ ਕਣਸਤਰ ਸਨ। ਅਜਿਹੇ ਖੇਡ ਮੇਲੇ ਸਾਰੇ ਰਾਜ ਵਿੱਚ ਕਰਵਾਏ ਜਾਂਦੇ ਸਨ, ਪਰ ਕਿਲ੍ਹਾ ਰਾਏਪੁਰ ਦੇ ਗਰੇਵਾਲ ਜੱਟਾਂ ਨੇ 1933 ਵਿੱਚ ਹਾਕੀ ਤੇ ਕਬੱਡੀ ਦੇ ਮੈਚ ਕਰਵਾ ਕੇ ਲੀਹ ਪਾ ਦਿੱਤੀ ਸੀ ਤੇ ਹੌਲੀ-ਹੌਲੀ ਆਪਣੇ ਸਾਲਾਨਾ ਪੇਂਡੂ ਓਲੰਪਿਕਸ ਵਿੱਚ 50 ਖੇਡਾਂ ਹੋਰ ਸ਼ਾਮਿਲ ਕਰ ਲਈਆਂ ਸਨ। ਸੁਰੱਖਿਆ ਦੀ ਭਾਵਨਾ ਨੇੜਲੇ ਲੁਧਿਆਣਾ ਸ਼ਹਿਰ ਵਿੱਚ ਹੋਰ ਵੀ ਵੱਧ ਦਿਸਦੀ ਸੀ। ਅਮੀਰ ਉਦਯੋਗਪਤੀ ਅੰਗ-ਰੱਖਿਅਕਾਂ ਤੋਂ ਬਿਨਾਂ ਹੀ ਡਰ ਭੈਅ ਤੋਂ ਮੁਕਤ ਘੁੰਮਦੇ ਫਿਰਦੇ ਸਨ। ਰਾਤ ਦੀ ਵਾਰੀ ਲਈ ਮਜ਼ਦੂਰ ਨਿਡਰ ਹੋ ਕੇ ਆਉਂਦੇ ਸਨ। ਰਾਤ ਦੇ ਮਨੋਰੰਜਨ ਲਈ ਸਿਨੇਮੇ ਘਰ ਭਰੇ ਰਹਿੰਦੇ। ਸੜਕਾਂ 'ਤੇ ਕੰਟੈਂਸਾਂ ਕਾਰਾਂ ਘੁੰਮਦੀਆਂ ਰਹਿੰਦੀਆਂ ਤੇ ਹੋਟਲਾਂ ਵਿੱਚ 90% ਥਾਵਾਂ ਭਰੀਆਂ ਹੁੰਦੀਆਂ। ਲੁਧਿਆਣਾ ਸਟਾਕ ਐਕਸਚੇਂਜ ਦਾ ਦੈਨਿਕ ਕਾਰੋਬਾਰ 7 ਕਰੋੜ ਤੋਂ ਵੱਧ ਕੇ 4 ਗੁਣਾ ਤੋਂ ਵੀ ਜ਼ਿਆਦਾ 30 ਕਰੋੜ ਹੋ ਗਿਆ। ਪੰਜਾਬ ਤੋਂ ਬਾਹਰਲੇ ਉਦਯੋਗਿਕ ਘਰਾਣੇ ਰਾਜ ਵਿੱਚ ਕਾਰਖਾਨੇ ਲਾਉਣ ਲੱਗੇ। ਜਿਹੜੀ ਗੱਲ ਲੁਧਿਆਣੇ ਬਾਰੇ ਸਹੀ ਸੀ, ਉਹ ਪੰਜਾਬ ਦੇ ਦੂਸਰੇ ਵੱਡੇ ਸ਼ਹਿਰ ਅੰਮ੍ਰਿਤਸਰ ਬਾਰੇ ਵੀ ਸਹੀ ਸੀ। ਅਮੀਰੀ ਪੱਖੋਂ ਪੰਜਾਬ ਭਾਰਤ ਦੇ ਸਾਰੇ ਰਾਜਾਂ 'ਚੋਂ ਪਹਿਲੇ ਨੰਬਰ 'ਤੇ ਰਿਹਾ ਤੇ ਕਣਕ ਤੇ ਚਾਵਲ ਪੈਦਾ ਕਰਨ ਵਿੱਚ ਵੀ ਇਹ ਮੁਲਕ ਭਰ ਵਿੱਚ ਪਹਿਲੇ ਦਰਜੇ 'ਤੇ ਰਿਹਾ। ਖਾਲਿਸਤਾਨੀਆਂ ਵਿਰੁੱਧ ਲੜਾਈ ਲੜਦਿਆਂ ਪੰਜਾਬ ਪੁਲਿਸ ਨੇ ਨਿਰਦੋਸ਼ ਲੋਕਾਂ 'ਤੇ ਵੀ ਬਹੁਤ ਜ਼ੁਲਮ ਕੀਤੇ ਸਨ। 18 ਅਪ੍ਰੈਲ 1994 ਨੂੰ ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਮਿਲਣ ਲਈ 5 ਵਿਅਕਤੀਆਂ ਦਾ ਕੌਮੀ ਮਾਨਵੀ ਹੱਕਾਂ ਦਾ ਕਮਿਸ਼ਨ ਰਾਜ ਵਿੱਚ ਪਹੁੰਚਿਆ। ਸਰਕਾਰ ਤੇ ਮਨੁੱਖੀ ਹੱਕਾਂ ਦੇ ਕਾਰਜਕਰਤਾਵਾਂ ਨੇ ਇਹਦੇ ਸਾਹਮਣੇ ਆਪਣਾ ਪੱਖ ਰੱਖਿਆ। ਕਮਿਸ਼ਨ ਦੇ ਚੇਅਰਮੈਨ ਜਸਟਿਸ ਮਿਸ਼ਰਾ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਕਿ ਸਧਾਰਨ ਹਾਲਾਤ ਹੋ ਜਾਣ 'ਤੇ ਵੀ ਪੁਲਿਸ ਦਾ ਵਤੀਰਾ ਅਜੇ ਵੀ ਸਧਾਰਨ ਨਹੀਂ ਹੈ। 29 ਨਵੰਬਰ 1994 ਨੂੰ ਭੂਤਪੂਰਵ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ, ਜੋ ਪਹਿਲਾਂ ਕੇਂਦਰੀ ਸਰਕਾਰ ਵਿੱਚ ਗ੍ਰਹਿ ਮੰਤਰੀ ਤੇ ਪੰਜਾਬ ਦਾ ਮੁੱਖ ਮੰਤਰੀ ਰਿਹਾ ਸੀ, ਅਨੰਦਪੁਰ ਸਾਹਿਬ ਤੋਂ ਚੰਡੀਗੜ੍ਹ ਨੂੰ ਵਾਪਸ ਆਉਂਦਿਆਂ ਰੋਪੜ ਨੇੜੇ ਦੁਰਘਟਨਾ ਹੋ ਗਈ। ਉਸ ਦੀ ਕਾਰ ਦੀ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਉਸ ਨੂੰ ਬਹੁਤ ਸੱਟਾਂ ਲੱਗੀਆਂ, ਜਿਨ੍ਹਾਂ ਨਾਲ ਉਹ ਕੁਝ ਚਿਰ ਮਗਰੋਂ ਮਰ ਗਿਆ। ਜੈਲ ਸਿੰਘ ਇੱਕ ਤਰਖਾਣ ਦਾ ਪੁੱਤਰ ਸੀ। ਗੁਰਬਾਣੀ ਤੇ ਉਰਦੂ ਤੋਂ ਬਿਨਾਂ ਉਸ ਨੂੰ ਥੋੜ੍ਹੀ ਜਿਹੀ ਅੰਗਰੇਜ਼ੀ ਵੀ ਆਉਂਦੀ ਸੀ। ਉਸ ਦੀ ਪ੍ਰੇਰਨਾਮਈ ਬੋਲਚਾਲ ਦੀ ਸ਼ਕਤੀ, ਦੁਨਿਆਵੀ ਸੂਝ ਤੇ ਲੋਕਾਂ ਨੂੰ ਸਮਝਣ ਲੈਣ ਦੀ ਵਿਲੱਖਣ ਯੋਗਤਾ ਨੇ ਉਸ ਨੂੰ ਗਣਤੰਤਰ ਦੀ ਸਭ ਤੋਂ ਸ੍ਰੇਸ਼ਟ ਪਦਵੀ 'ਤੇ ਪਹੁੰਚਣ ਵਿੱਚ ਸਹਾਇਤਾ ਕੀਤੀ। ਉਸ ਦੀ ਮੌਤ ਰਾਸ਼ਟਰੀ ਸ਼ੋਕ ਦਾ ਕਾਰਨ ਬਣ ਜਾਣੀ ਚਾਹੀਦੀ ਸੀ, ਪਰ ਇਸ ਤਰ੍ਹਾਂ ਨਹੀਂ ਹੋਇਆ ਸੀ। ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਦੀ ਗੱਦੀ 'ਤੇ ਬਿਠਾ ਦੇਣ ਦੇ ਬਾਵਜੂਦ ਵੀ ਉਹ ਉਹਦਾ ਵਿਸ਼ਵਾਸ ਪ੍ਰਾਪਤ ਨਹੀਂ ਕਰ ਸਕਿਆ ਸੀ। ਸਿੱਖਾਂ ਨੇ ਵੀ ਉਸ ਨੂੰ ਦਰਬਾਰ ਸਾਹਿਬ ਉੱਪਰ ਫੌਜ ਨੂੰ ਹਮਲਾ ਕਰਨ ਦੀ ਆਗਿਆ ਦੇਣ ਕਾਰਨ ਕਦੇ ਮਾਫ਼ ਨਾ ਕੀਤਾ। ਉਸ ਦਾ ਇਹ ਬਹਾਨਾ ਸੀ ਕਿ ਉਸ ਨੂੰ ਇਸ ਬਾਰੇ ਹਨੇਰੇ ਵਿੱਚ ਰੱਖਿਆ ਗਿਆ। ਕਿਸੇ ਨੇ ਸਹੀ ਨਹੀਂ ਮੰਨਿਆ, ਕਿਉਂਕਿ ਉਸ ਨੇ ਮਗਰੋਂ ਨੀਲਾ ਤਾਰਾ ਸਾਕਾ ਵਿੱਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਅਫਸਰਾਂ ਨੂੰ ਸਨਮਾਨਿਤ ਵੀ ਕੀਤਾ ਸੀ। ਉਹ ਉਸ ਸਮੇਂ ਵੀ ਕੁਝ ਨਾ ਕਰ ਸਕਿਆ ਜਦੋਂ ਲੁਟੇਰੇ ਤੇ ਹੁੱਲੜਬਾਜ਼ ਹਜੂਮ ਸ਼੍ਰੀਮਤੀ ਗਾਂਧੀ ਦੇ ਕਤਲ ਪਿੱਛੋਂ ਲੋਕਾਂ ਦੀ ਜਾਨ ਮਾਲ ਤੇ ਘਰ-ਬਾਰ ਨੂੰ ਤਬਾਹ ਕਰਨ ਵਿੱਚ ਲੱਗੇ ਹੋਏ ਸਨ। ਉਸ ਦੀ ਤਿਆਗ ਪੱਤਰ ਦੇ ਕੇ ਰਾਸ਼ਟਰਪਤੀ ਭਵਨ ਤੋਂ ਬਾਹਰ ਨਾ ਆਉਣ ਦੀ ਝਿਝਕ ਨੇ ਉਸ ਨੂੰ ਮਰਨ ਉਪਰੰਤ ਆਬਾ ਤੇ ਸ਼ਾਨ ਤੋਂ ਵੰਚਿਤ ਰੱਖਿਆ। ਪੰਜਾਬ ਪੁਲਿਸ ਕਿਸ ਤਰ੍ਹਾਂ ਖਾਲਿਸਤਾਨੀਆਂ ਨੂੰ ਕਾਬੂ ਕਰਨ ਵਿੱਚ ਸਫਲ ਰਹੀ, ਇਸ ਬਾਰੇ ਕੁਝ ਅੰਦਰੂਨੀ ਭੇਤ ਫਰਵਰੀ 1995 ਵਿੱਚ ਸਾਹਮਣੇ ਆਏ। ਕੁਝ ਮਹੀਨੇ ਪਹਿਲਾਂ ਰਾਜਪਾਲ ਸੁਰਿੰਦਰ ਨਾਥ ਤੇ ਉਹਦੇ ਪਰਿਵਾਰ ਨੂੰ ਛੁੱਟੀਆਂ ਮਨਾਉਣ ਵਾਲੇ ਟਿਕਾਣੇ 'ਤੇ ਲਿਜਾ ਰਿਹਾ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਨਾਲ ਜਹਾਜ਼ੀ ਅਮਲੇ ਸਮੇਤ ਸਾਰੇ ਹੀ ਸਵਾਰ ਮੁਸਾਫਿਰ ਮਾਰੇ ਗਏ। ਮਲਬੇ ਵਿੱਚੋਂ ਨੋਟਾਂ ਦੇ ਭਰੇ ਸੂਟਕੇਸ ਮਿਲੇ। ਇਹ ਦੱਸਿਆ ਗਿਆ ਕਿ ਉਸ ਨੂੰ
ਮੁਖਬਰਾਂ ਨੂੰ ਵੰਡਣ ਲਈ ਤੇ ਖਾਲਿਸਤਾਨੀਆਂ ਨੂੰ ਮਾਰਨ ਵਾਲੇ ਪੁਲਸੀਆਂ ਵਿੱਚ ਵੰਡਣ ਲਈ ਭਾਰੀ ਰਕਮ ਦਿੱਤੀ ਗਈ ਸੀ, ਪਰ ਇਹ ਗੰਦੀਆਂ ਅਫਵਾਹਾਂ ਵੀ ਉਡਾਈਆਂ ਕਿ ਉਸ ਨੇ ਉਸ ਵੱਲੋਂ ਕੁਝ ਰੁਪਇਆ ਆਪਣੇ ਲਈ ਵੀ ਬਚਾ ਕੇ ਰੱਖਿਆ ਹੋਇਆ ਸੀ। ਉਸ ਦੀ ਸਰਕਾਰੀ ਰਿਹਾਇਸ਼ ਪੰਜਾਬ ਭਵਨ ਦੀ ਵੀ ਤਲਾਸ਼ੀ ਲਈ ਗਈ। ਉੱਥੋਂ ਸਿਰਫ ਥੋੜ੍ਹੀ ਜਿਹੀ ਨਕਦੀ 65,000 ਰੁਪਇਆ ਤੇ ਗਹਿਣੇ ਹੀ ਮਿਲੇ ਸਨ। ਪਰੰਤੂ ਖਾਲਿਸਤਾਨੀਆਂ ਨੂੰ ਸਦਾ ਦੀ ਨੀਂਦ ਸੁਲਾ ਦੇਣ ਦੇ ਜਸ਼ਨ ਬੜੇ ਥੋੜ੍ਹੇ ਚਿਰ ਤੇ ਅਗੇਤੇ ਸਾਬਿਤ ਹੋਏ। 31 ਅਗਸਤ 1995 ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਬੇਅੰਤ ਸਿੰਘ ਨੂੰ ਉਸ ਸਮੇਂ ਆਤਮਘਾਤੀ ਨੇ ਬੰਬ ਨਾਲ ਉਡਾ ਦਿੱਤਾ ਜਦੋਂ ਉਹ ਚੰਡੀਗੜ੍ਹ ਦੇ ਪੰਜਾਬ ਸਰਕਾਰ ਦੇ ਸਕੱਤਰੇਤ ਤੋਂ ਬਾਹਰ ਨਿਕਲ ਰਿਹਾ ਸੀ। ਮੁੱਖ ਮੰਤਰੀ ਦੇ ਨਾਲ 1 ਦਰਜਨ ਲੋਕ ਹੋਰ ਵੀ ਮਾਰੇ ਗਏ। 9 ਆਦਮੀ ਗ੍ਰਿਫਤਾਰ ਕਰਕੇ ਉਨ੍ਹਾਂ ਤੇ ਮੁਕੱਦਮਾ ਚਲਾਇਆ ਗਿਆ। 2 ਮੁਲਜ਼ਮਾਂ ਨੇ ਬੇਅੰਤ ਸਿੰਘ ਨੂੰ ਮਾਰਨ ਲਈ ਸਾਜ਼ਿਸ਼ ਵਿੱਚ ਸ਼ਾਮਿਲ ਹੋਣ ਦਾ ਇਕਬਾਲ ਕਰ ਲਿਆ, ਪਰ ਅਪਰਾਧ ਦੇ 8 ਸਾਲ ਮਗਰੋਂ ਵੀ ਮੁਕੱਦਮੇ ਦਾ ਫੈਸਲਾ ਨਹੀਂ ਹੋਇਆ। ਉਸ ਮਗਰੋਂ ਕਾਂਗਰਸ ਦਾ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਬਣ ਗਿਆ। ਮਨੁੱਖੀ ਹੱਕਾਂ ਦੀ ਉਲੰਘਣਾ ਦਾ ਇੱਕ ਗੰਭੀਰ ਮਾਮਲਾ ਜੋ ਸਾਹਮਣੇ ਆਇਆ ਉਹ ਜਸਵੰਤ ਸਿੰਘ ਖਾਲੜਾ ਦਾ ਸੀ, ਜੋ ਪੁਲਿਸ ਜ਼ਿਆਦਤੀਆਂ ਦਾ ਸ਼ਿਕਾਰ ਹੋਏ 2000 ਲੋਕਾਂ ਦੀਆਂ ਲੋਥਾਂ ਨੂੰ ਚੋਰੀ ਖਤਮ ਕਰਨ ਬਾਰੇ ਦਸਤਾਵੇਜ਼ ਸਬੂਤ ਇਕੱਠੇ ਕਰ ਰਿਹਾ ਸੀ। 6 ਸਤੰਬਰ 1995 ਨੂੰ ਉਸ ਨੂੰ ਅੰਮ੍ਰਿਤਸਰੋਂ ਉਹਦੇ ਘਰੋਂ ਚੁੱਕ ਲਿਆ। ਕੁਝ ਦਿਨ ਮਗਰੋਂ ਉਹਦੀ ਲਾਸ਼ ਮਿਲੀ। ਭਾਵੇਂ ਉਹਦੀ ਵਿਧਵਾ ਨੂੰ 10 ਲੱਖ ਮੁਆਵਜ਼ਾ ਦਿੱਤਾ ਗਿਆ, ਪਰ ਅਪਰਾਧੀ ਨੂੰ ਕਦੇ ਗ੍ਰਿਫਤਾਰ ਕਰਕੇ ਸਜ਼ਾ ਨਾ ਦਿੱਤੀ ਗਈ। ਸ਼੍ਰੀਮਤੀ ਗਾਂਧੀ ਦੇ ਕਤਲ ਪਿੱਛੋਂ ਹੋਏ ਸਿੱਖ ਕਤਲਾਮ ਦੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਦੀ ਪ੍ਰਤੱਖ ਝਿਜਕ ਪਿੱਛੋਂ ਆਖਰ ਦਿੱਲੀ ਦੇ ਸੈਸ਼ਨ ਜੱਜ ਨੇ ਭੂਤਪੂਰਵ ਮੰਤਰੀ ਹਰਕ੍ਰਿਸ਼ਨ ਲਾਲ ਭਗਤ ਸਮੇਤ ਕੁਝ ਮੁੱਖ ਮੁਲਾਜ਼ਮਾਂ ਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ, ਪਰ ਇਹਦਾ ਕੋਈ ਅਸਰ ਨਾ ਹੋਇਆ। ਗੈਰ ਸਰਕਾਰੀ ਪੜਤਾਲੀਆ ਕਮੇਟੀ ਵੱਲੋਂ ਜਿਨ੍ਹਾਂ ਦੋਸ਼ੀਆਂ ਦੇ ਨਾਂ ਲਏ ਗਏ ਸਨ, ਉਨ੍ਹਾਂ ਦੀ ਵੀ ਤੇ ਭਗਤ ਦੀ ਵੀ ਛੇਤੀ ਹੀ ਜ਼ਮਾਨਤ ਹੋ ਗਈ। ਕਾਂਗਰਸ ਦਾ ਨਾਮ ਪਹਿਲਾਂ ਵਾਂਗ ਹੀ ਕਲੰਕਿਤ ਰਿਹਾ। ਇਸ ਦੀ ਕੁਝ ਕੀਮਤ ਹਰਚਰਨ ਸਿੰਘ ਬਰਾੜ ਨੂੰ ਵੀ ਦੇਣੀ ਪਈ। ਪੰਜਾਬ ਕਾਂਗਰਸ ਵਿੱਚ ਧੜੇਬੰਦੀ ਜੋ ਇਤਨੀ ਹੀ ਗੰਭੀਰ ਸੀ ਜਿਤਨੀ ਅਕਾਲੀਆਂ ਵਿੱਚ ਹੋਰ ਗੰਭੀਰ ਹੋ ਗਈ। ਬਰਾੜ ਨੇ ਆਪਣੇ ਮੰਤਰੀ ਮੰਡਲ ਵਿੱਚ ਬੇਅੰਤ ਸਿੰਘ ਦੇ ਸਮਰਥਕ ਸ਼ਾਮਿਲ ਨਾ ਕੀਤੇ ਤੇ ਇਸ ਤਰ੍ਹਾਂ ਬਾਹਰ ਰਹਿ ਗਏ ਉਹਦੇ ਵਿਰੋਧੀ ਬਣ ਗਏ, ਕਿਉਂਕਿ ਚੋਣਾਂ ਹੋਣ ਵਾਲੀਆਂ ਹੀ ਸਨ। ਕਾਂਗਰਸ ਪ੍ਰਧਾਨ ਸੀਤਾ ਸਿੰਘ ਕੇਸਰੀ ਨੇ ਮਹਿਸੂਸ ਕੀਤਾ ਕਿ ਬਰਾੜ ਵਿੱਚ ਸੁਯੋਗ ਨੇਤਾ ਦੇ ਗੁਣਾਂ ਦੀ ਘਾਟ ਹੈ। ਉਸ ਨੇ ਰਜਿੰਦਰ ਕੌਰ ਭੱਠਲ ਨੂੰ ਇਸ ਉਮੀਦ ਨਾਲ ਮੁੱਖ ਮੰਤਰੀ ਵਜੋਂ ਚੋਣ ਕੀਤੀ ਕਿ ਉਹ ਚੋਣਾਂ ਲੜਨ ਲਈ ਧੜੇਬੰਦੀ ਖਤਮ ਕਰ ਸਕੇਗੀ। ਉਹ ਰਾਜ ਦੀ ਮੁੱਖ ਮੰਤਰੀ ਬਣਨ ਵਾਲੀ ਪਹਿਲੀ ਇਸਤਰੀ ਸੀ। ਅਕਾਲੀ ਜਦੋਂ ਵਿਰੋਧੀ ਧਿਰ ਹੋਣ, ਉਸ ਸਮੇਂ ਹੀ ਉਹ ਵਧੀਆ ਕਾਰਜ ਕਰਦੇ ਹਨ। ਬਾਦਲ ਨੇ ਕਾਂਗਰਸ ਦੇ ਵਿਰੁੱਧ ਚੋਣਾਂ ਲੜਨ ਲਈ ਮਾਨ ਤੋਂ ਬਿਨਾਂ ਸਾਰੇ ਧੜਿਆਂ ਨੂੰ ਨਾਲ ਮਿਲਾ ਲਿਆ। ਉਹਦੀ ਵੱਡੀ ਸਫਲਤਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਤੇ ਉਹਦੇ ਅਤੇ ਟੌਹੜੇ ਦੇ ਉਮੀਦਵਾਰਾਂ ਦੀ ਜਿੱਤ ਸੀ। ਟੌਹੜਾ ਜੋ 22 ਸਾਲਾਂ ਤੋਂ ਪ੍ਰਧਾਨ ਚੱਲਿਆ ਆ ਰਿਹਾ ਸੀ, ਇੱਕ ਵਾਰ ਫਿਰ ਪ੍ਰਧਾਨ ਬਣ ਗਿਆ। 1996 ਦੇ ਸਾਲ ਨੇ KPS ਗਿੱਲ ਦਾ ਬਿੰਬ ਕਾਫੀ ਘਟਾ ਦਿੱਤਾ, ਜਿਸ ਨੂੰ ਪਹਿਲਾਂ ਖਾਲਿਸਤਾਨ ਦੇ ਦੈਂਤ ਨੂੰ ਮਾਰਨ ਵਾਲਾ ਸੰਤ ਜਾਰਜ ਮੰਨਿਆ ਗਿਆ ਸੀ। ਜੁਲਾਈ 1988 ਚੰਡੀਗੜ੍ਹ ਵਿੱਚ ਇੱਕ ਨਿੱਜੀ ਪਾਰਟੀ ਵਿੱਚ ਇੱਕ IAS ਇਸਤਰੀ ਦੇ ਚਿੱਤੜਾਂ ਤੇ ਧੱਫਾ ਮਾਰਿਆ ਕਿਉਂਕਿ ਉਸ ਨੇ ਗਿੱਲ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਗਿੱਲ ਵਿਰੁੱਧ ਅਸਮਤ ਨਾਲ ਛੇੜਛਾੜ ਕਰਨ ਤੇ ਹੱਤਕ ਇੱਜ਼ਤ ਦਾ ਫੌਜਦਾਰੀ ਮੁਕੱਦਮਾ ਦਾਇਰ ਕਰ ਦਿੱਤਾ। 6 ਅਗਸਤ ਨੂੰ ਚੰਡੀਗੜ੍ਹ ਅਦਾਲਤ ਦੇ ਮੈਜਿਸਟ੍ਰੇਟ ਨੇ ਉਸ ਨੂੰ 3 ਮਹੀਨੇ ਦੀ ਸਖਤ ਕੈਦ ਤੇ 2 ਮਹੀਨਿਆਂ ਦੀ ਸਧਾਰਨ ਕੈਦ ਤੇ 700 ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ। ਉਸ ਨੂੰ ਚੰਗੇ ਚਾਲ ਚੱਲਣ ਦੀ ਜ਼ਮਾਨਤ ਦੇਣ ਤੇ ਛੱਡ ਦਿੱਤਾ ਗਿਆ। ਇੱਕ ਪੁਲਿਸ ਅਫਸਰ ਦੇ ਤੌਰ ਤੇ ਆਪਣੀਆਂ ਪ੍ਰਾਪਤੀਆਂ ਦੇ ਬਾਵਜੂਦ ਤੇ ਭਾਰਤੀ ਹਾਕੀ ਸੰਘ ਦਾ ਪ੍ਰਧਾਨ
ਚੁਣੇ ਜਾਣ ਪਿੱਛੋਂ ਤੇ ਇੱਕ ਲੇਖਕ ਹੋਣ ਦੇ ਬਾਵਜੂਦ ਵੀ ਇਹ ਬੜੀ ਬਦਕਿਸਮਤੀ ਵਾਲੀ ਗੱਲ ਹੈ ਕਿ ਗਿੱਲ ਇਸ ਘਟਨਾ ਤੋਂ ਕਦੇ ਵੀ ਪੂਰੀ ਤਰ੍ਹਾਂ ਪਿੱਛਾ ਨਾ ਛੁਡਾ ਸਕਿਆ। ਅੱਜ ਅਸੀਂ ਇਸ ਕਿਤਾਬ ਦੇ 418 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।